आप लिहो तुम कथा सुधारी। सतनाम श्री वाहिगुरु साहिब जीओ। लख गुर अंत समा गुरदास। चढ़बे है मंगवाए सपास। गोविंदवालपुरी कहो चाले। सकल कुटुंब जिन्हों के नाले। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਪਿਛਲੇ ਪ੍ਰਕਰਣਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਰਾਲੀ ਸਾਹਿਬ, ਚੋਲਾ ਸਾਹਿਬ ਆਦਿਕ ਸਥਾਨਾਂ 'ਤੇ ਚਰਨ ਪਾਏ ਹਨ। ਉੱਥੋਂ ਚੱਲ ਕੇ ਮਹਾਰਾਜ ਖਾਨ ਛਾਪਰੀ ਸਾਹਿਬ, ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਭਾਈ ਹੇਮੇ ਦੀ ਝੌਂਪੜੀ 'ਚ ਚਰਨ ਪਾਏ ਸੀ ਅਤੇ ਉਹਦੀ ਝੁੱਗੀ ਦੇ ਵਿੱਚ ਪੈ ਕੇ ਸ਼ਬਦ ਪੜ੍ਹਿਆ ਸੀ, ਭਲੀ ਸੁਹਾਵੀ ਛਾਪਰੀ ਜਾਮਹਿ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ। ਉਸ ਗਰੀਬ ਸਿੱਖ ਨੂੰ ਮਾਣ ਵਡਿਆਈ ਦਿੱਤੀ ਸੀ ਅਤੇ ਉਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਪਰਲੋਕ ਗਮਨ ਕਰ ਗਿਆ ਸੀ। ਉਹਦੀ ਜਗ੍ਹਾ 'ਤੇ ਅੱਜ ਕੱਲ੍ਹ ਬਹੁਤ ਆਲੀਸ਼ਾਨ ਸੁੰਦਰ ਗੁਰਦੁਆਰਾ ਛਾਪੜੀ ਸਾਹਿਬ ਬਣਿਆ ਹੋਇਆ। ਸ੍ਰੀ ਖੰਡੂਰ ਸਾਹਿਬ ਤੋਂ ਜਿਹੜੀ ਨਹਿਰ ਜਾਂਦੀ ਹੈ ਉਹ ਪੱਠੇ ਪਿੰਡ ਵੱਲ ਜਾਂਦੀ ਹੈ। ਉੱਥੇ ਪੱਠੇ ਪਿੰਡ ਵੀ ਸਾਧ ਸੰਗਤ ਜੀ ਜਿਹੜਾ ਪਿੰਡ ਹੈ ਮਹਾਰਾਜ ਦੇ ਕਹਿੰਦੇ ਵੱਡਿਆਂ ਦਾ, ਬੇਦੀਆਂ ਦਾ। ਮਹਾਰਾਜ ਦੇ ਜਿਹੜੇ ਦਾਦਾ ਸੀ ਬਾਬਾ ਸ਼ਿਵਰਾਮ ਜੀ, ਉਹਨਾਂ ਦੇ ਪਿਤਾ ਬਾਬਾ ਨਰੈਣ ਦਾਸ ਜੀ, ਉਹ ਇੱਥੋਂ ਦੇ ਸਨ। ਸਤਿਗੁਰਾਂ ਦੇ ਪਿਤਾ ਜੀ ਜਿਹੜੇ ਸਨ ਉਹ ਰਾਏ ਭੋਏ ਦੀ ਤਲਵੰਡੀ ਪਟਵਾਰੀ ਦੀ ਨੌਕਰੀ 'ਤੇ ਗਏ ਸਨ, ਫਿਰ ਉੱਥੇ ਹੀ ਵੱਸ ਗਏ ਸਨ। ਸਤਿਗੁਰਾਂ ਦਾ ਅਵਤਾਰ ਤਾਂ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਹੋਇਆ, ਪਰ ਵੱਡੇ ਜਿਹੜੇ ਸਨ ਉਹ ਪੱਠੇ ਪਿੰਡ ਸ੍ਰੀ ਖੰਡੂਰ ਸਾਹਿਬ ਤੋਂ ਜਿਹੜੀ ਨਹਿਰ ਦੇ ਅੱਗੇ 5-7 ਮੀਲ 10 ਮੀਲ ਜਾਈਏ ਪਰਾਂ ਪਿੰਡ ਪੈਂਦਾ। ਦਾਸ ਨੇ 2 ਵਾਰੀ ਦਰਸ਼ਨ ਕੀਤੇ ਕਾਫੀ ਸਾਲ ਪਹਿਲਾਂ। ਹੋ ਸਕਦਾ ਜਿਹੜੇ ਸਿੰਘ ਮਾਝੇ ਵਿੱਚ ਰਹਿੰਦੇ ਉਸ ਇਲਾਕੇ ਵਿੱਚ ਜਾਂ ਹੋਰ ਵੀ ਪ੍ਰੇਮੀਆਂ ਦਰਸ਼ਨ ਕੀਤੇ ਹੋਣੇ। ਖਾਨ ਛਾਪੜੀ ਸਾਹਿਬ ਗੁਰਦੁਆਰਾ ਖੰਡੂਰ ਸਾਹਿਬ ਦੇ ਨੇੜੇ ਹੀ 3-4 ਕਿਲੋਮੀਟਰ 'ਤੇ ਵਾਕਿਆ ਹੈ। ਇਹਨਾਂ ਸਾਰੇ ਅਸਥਾਨਾਂ 'ਤੇ ਮਹਾਰਾਜ ਗਏ। ਪੱਠੇ ਪਿੰਡ ਗੁਰਦੁਆਰਾ ਪਹਿਲੀ ਵਾਰੀ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਨੇ ਬਣਾਇਆ ਸੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ। ਅਤੇ ਫਿਰ ਖਾਨ ਛਾਪਰੀ ਤੋਂ ਹੋ ਕੇ ਮਹਾਰਾਜ ਜੀ ਹੁਣ ਅੱਗੇ ਚਾਲਾ ਪਾਉਣਗੇ, ਕਿਉਂਕਿ ਸਤਿਗੁਰੂ ਜੀ ਨੂੰ ਐਸਾ ਅਨੁਭਵ ਹੋ ਗਿਆ ਕਿ ਆਉਣ ਵਾਲੇ 2-4 ਦਿਨਾਂ ਵਿੱਚ ਭਾਈ ਸਾਹਿਬ ਗੁਰਦਾਸ ਜੀ ਨੇ ਚੋਲਾ ਛੱਡ ਦੇਣਾ। ਭਾਈ ਸਾਹਿਬ ਗੁਰਦਾਸ ਜੀ ਬ੍ਰਹਮ ਗਿਆਨੀ ਮਹਾਂਪੁਰਸ਼, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਹੈ, ਜਿਨ੍ਹਾਂ ਦੀ ਬਾਣੀ ਗੁਰੂ ਕੀ ਬਾਣੀ ਦੀ ਕੁੰਜੀ ਹੈ, ਉਹਨਾਂ ਨੇ ਸੱਚਖੰਡ ਜਾਣਾ ਹੈ। ਉਹਨਾਂ ਦੀ ਜਿਹੜੀ ਜਨਮ ਭੂਮੀ, ਉਹਨਾਂ ਦਾ ਨਗਰ, ਉਹਨਾਂ ਦੀ ਬਰਾਦਰੀ ਭਾਈਚਾਰਾ ਹੈ ਭੱਲੇ ਸਾਹਿਬਜ਼ਾਦੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਸਨ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਸੋ ਭਾਈ ਸਾਹਿਬ ਜੀ ਨੇ 3 ਪਾਤਸ਼ਾਹ, 4ਥੇ ਪਾਤਸ਼ਾਹ, 5ਵੇਂ ਪਾਤਸ਼ਾਹ ਦੇ 6ਵੇਂ ਪਾਤਸ਼ਾਹ 4 ਸਤਿਗੁਰੂ ਸਾਹਿਬ ਜੀ ਦੀ ਸੇਵਾ ਨਿਭਾਈ ਹੈ। ਅਤੇ ਗੁਰੂਆਂ ਦੀ ਸੇਵਾ ਕਰਦੇ ਕਰਦੇ ਭਾਈ ਸਾਹਿਬ ਜੀ ਬਹੁਤ ਬਿਰਧ ਅਵਸਥਾ ਦੇ ਹੋ ਗਏ ਸਨ। ਹੁਣ ਸਮਾਂ ਨੇੜੇ ਆ ਗਿਆ। ਜਾਣੀ ਜਾਣ ਮਹਾਰਾਜ 6ਵੇਂ ਪਾਤਸ਼ਾਹ ਜਾਣ ਗਏ ਕਿ ਇਹਨਾਂ ਦਾ ਹੁਣ ਸੱਚਖੰਡ ਗਮਨ ਹੋਵੇਗਾ। ਤਾਂ ਮਹਾਰਾਜ ਖਾਨ ਛਾਪੜੀ ਸਾਹਿਬ ਤੋਂ ਆਪਣੀ ਫੌਜ ਲੈ ਕੇ, ਪਰਿਵਾਰ ਲੈ ਕੇ ਮੁੜ ਪਏ ਨੇ ਗੋਇੰਦਵਾਲ ਸਾਹਿਬ ਵੱਲ। ਉਹ ਕਥਾ ਸੁਣੋ ਪ੍ਰੇਮ ਨਾਲ। ਸਾਰੇ ਗੁਰਮੁਖ ਪਿਆਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਖ ਗੁਰ ਅੰਤ ਸਮਾ ਗੁਰਦਾਸ। ਮਹਾਰਾਜ ਸਾਹਿਬ ਜੀ ਜਾਣ ਗਏ 6ਵੇਂ ਪਾਤਸ਼ਾਹ ਜੀ ਕਿ ਭਾਈ ਸਾਹਿਬ ਜੀ ਗੁਰਦਾਸ ਜੀ ਦਾ ਅੰਤ ਸਮਾਂ ਨੇੜੇ ਆ ਗਿਆ ਹੈ। ਚੜ੍ਹਬੇ ਹੈ ਮੰਗਵਾਏ ਸਪਾਸ। ਮਹਾਰਾਜ ਆਪਣਾ ਘੋੜਾ ਮੰਗਵਾਇਆ, ਸਵਾਰੀ ਕੀਤੀ ਹੈ ਘੋੜੇ ਤੇ। ਗੋਇੰਦਵਾਲਪੁਰੀ ਕਹੋ ਚਾਲੇ। ਔਰ ਸਾਰਾ ਵਹੀਰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਧਰਤੀ ਵੱਲ ਚੱਲ ਪਏ ਹਨ। ਸਕਲ ਕੁਟੁੰਬ ਜਿਨ੍ਹੋਂ ਕੇ ਨਾਲੇ। ਸਾਰਾ ਪਰਿਵਾਰ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਨਾਲ, ਬਾਬਾ
ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ ਨਾਲ ਹਨ। ਚਤਰ ਘਟੀ ਦਿਨ ਪਹੁੰਚੇ ਜਾਏ। ਔਰ ਇਸ ਤਰ੍ਹਾਂ 4 ਘੜੀ ਦਿਨ ਰਹਿੰਦਾ ਸੀ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਜਾ ਪਹੁੰਚੇ ਹਨ। ਢਿਗ ਬਾਪੀ ਕੇ ਸਿਵਰ ਲਗਾਏ। ਜਿੱਥੇ ਬੌਲੀ ਸਾਹਿਬ ਹੈ ਉਹਦੇ ਲਾਗੇ ਪੜਾਂ ਕੀਤਾ, ਛਾਉਣੀ ਪਾ ਲਈ ਸਤਿਗੁਰਾਂ ਨੇ। ਕਰ ਮੱਜਨ ਕੋ ਗਏ ਚੁਬਾਰੇ। ਪਹਿਲਾਂ ਸ੍ਰੀ ਬੌਲੀ ਸਾਹਿਬ ਇਸ਼ਨਾਨ ਕੀਤਾ, ਫਿਰ ਚੁਬਾਰਾ ਸਾਹਿਬ ਮੱਥਾ ਟੇਕਣ ਗਏ ਹਨ। ਸਰਬ ਸਥਾਨ ਬੰਦਨਾ ਧਾਰੇ। ਬੌਲੀ ਸਾਹਿਬ ਵੀ ਦਰਸ਼ਨ ਮੇਲੇ ਕੀਤੇ ਤੇ ਚੁਬਾਰਾ ਸਾਹਿਬ ਦੇ ਵੀ ਦਰਸ਼ਨ ਮੇਲੇ ਕੀਤੇ, ਮੱਥਾ ਟੇਕਿਆ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਕੇ। ਪੁਨ ਗੁਰ ਡੇਰੇ ਬਿਖੇ ਸਿਧਾਏ। ਫਿਰ ਸਤਿਗੁਰੂ ਜੀ ਵਾਪਸ ਡੇਰੇ ਵਿੱਚ ਆਪਣੀ ਜਿੱਥੇ ਛਾਉਣੀ ਪਾਈ ਸੀ ਬੌਲੀ ਸਾਹਿਬ ਦੇ ਲਾਗੇ ਉੱਥੇ ਆ ਗਏ। ਸੁੰਦਰ ਪਰਮਾਨੰਦ ਚਲ ਆਏ। ਭਾਈ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਗੁਰੂ ਅਮਰਦਾਸ ਜੀ ਦੇ ਪੜ ਪੋਤਰੇ ਤੇ ਭਾਈ ਪਰਮਾਨੰਦ ਜੀ ਦੂਸਰੇ ਪੜਪੋਤਰੇ, ਇਹ ਆ ਗਏ ਹਨ ਚੱਲ ਕੇ। ਕਰ ਬੰਦਨ ਕੋ ਬੈਠੇ ਤੀਰ। ਪਰਮਾਨੰਦ ਜੀ ਤੇ ਭਾਈ ਸੁੰਦਰ ਜੀ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਗਏ ਹਨ। ਕੁਸ਼ਲ ਪ੍ਰਸ਼ਨ ਤਬ ਕਹੀ ਸਰੀਰ। ਤੇ ਸਤਿਗੁਰੂ ਜੀ ਨਾਲ ਬਚਨ ਬਿਲਾਸ ਹੋਏ। ਮਹਾਰਾਜ ਨੇ ਹਾਲ ਚਾਲ ਪੁੱਛਿਆ ਭਾਈ ਸੁੰਦਰ ਜੀ, ਬਾਬਾ ਸੁੰਦਰ ਜੀ ਦਾ, ਬਾਬਾ ਪਰਮਾਨੰਦ ਜੀ ਦਾ ਸੁਖ ਸ਼ਾਂਤ ਪੁੱਛੀ ਹੈ। ਭੋਜਨ ਅਚ ਕੀਨਸ ਬਿਸਰਾਮੂ। ਪ੍ਰਸ਼ਾਦਾ ਤਿਆਰ ਹੋ ਗਿਆ, ਲੰਗਰ ਛਕ ਕੇ ਮਹਾਰਾਜ ਨੇ ਰਾਤ ਨੂੰ ਵਿਸ਼ਰਾਮ ਕੀਤਾ ਹੈ। ਜਾਗੇ ਰਹੀ ਡੇਢ ਨਿਸ ਜਾਮੂ। ਅਗਲੇ ਦਿਨ 1.5 ਪਹਿਰ ਰਾਤ ਰਹਿੰਦੀ ਉੱਠੇ। ਅੱਗੇ 1.25 ਪਹਿਰ ਰਾਤ ਰਹਿੰਦੀ ਉੱਠਦੇ ਸੀ, ਅੱਜ 1.5 ਪਹਿਰ ਰਾਤ ਰਹਿੰਦਿਆਂ ਲਗਭਗ 1-1:30 ਵਜੇ ਹੀ ਸਤਿਗੁਰੂ ਜੀ ਉੱਠ ਬੈਠੇ ਹਨ। ਤਬ ਗੁਰਦਾਸ ਜੋਰ ਕਰ ਕਹਿਓ। ਜਦੋਂ ਅੰਮ੍ਰਿਤ ਵੇਲੇ ਕੋਈ 1:30 ਵਜਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਪ੍ਰਾਨ ਅੰਤ ਮੈਂ ਆਪਣੋ ਲਹਿਓ। ਸੱਚੇ ਪਾਤਸ਼ਾਹ ਜੀ ਮੇਰਾ ਅੰਤ ਸਮਾਂ ਆ ਗਿਆ, ਮੇਰੇ ਸਵਾਸ ਪੂਰੇ ਹੋ ਰਹੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਮਹਾਂਪੁਰਸ਼ਾਂ ਨੂੰ ਪਹਿਲੇ ਅਨੁਭਵ ਹੋ ਜਾਂਦਾ, ਪਤਾ ਲੱਗ ਜਾਂਦਾ। ਅੱਜ ਸਿੱਖ ਪੰਥ ਦੇ ਇੱਕ ਮਹਾਨ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਪ੍ਰੇਮ ਸਿੰਘ ਜੀ ਨਿਹੰਗ ਸਿੰਘ ਸਾਹਿਬ ਹਜੂਰ ਸਾਹਿਬ ਵਾਲੇ ਅਕਾਲ ਚਲਾਣਾ ਕਰ ਗਏ। ਕੁਝ ਦਿਨ ਪਹਿਲਾਂ ਹੀ ਬਚਨ ਕਰ ਰਹੇ ਸੀ ਦਾਸ ਨੂੰ, ਵੀ ਕਹਿੰਦੇ ਵੀ ਆ ਜਾਓ ਹੁਣ ਛੇਤੀ ਮਿਲ ਜਾਓ, ਕੋਈ ਪਤਾ ਨਹੀਂ ਹੁੰਦਾ। ਸਾਧ ਸੰਗਤ ਜੀ ਦਾਸ ਕੋਲ ਜਾ ਨਹੀਂ ਹੋਇਆ। ਅੱਜ ਸਵੇਰੇ ਇਹ ਦੁੱਖ ਭਰੀ ਖਬਰ ਸਾਰੇ ਸੰਸਾਰ ਵਿੱਚ ਸਵੇਰੇ ਹਜੂਰ ਸਾਹਿਬ ਤੋਂ ਪੰਜਾਂ ਪਿਆਰਿਆਂ ਨੇ ਕਿਹਾ ਸੀ ਕਿ ਬਾਬਾ ਜੀ ਦਾ ਹੁਣ ਕੱਲ੍ਹ ਨੂੰ ਅੱਜ ਇੱਥੇ ਰਾਤ ਹੋਣੀ ਹੈ, ਉੱਥੇ ਸਵੇਰੇ 2 ਵਜੇ ਦੁਪਹਿਰ ਦਾ ਟਾਈਮ ਹੋਣਾ ਜਦੋਂ ਮਹਾਂਪੁਰਸ਼ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਦਾ ਸੰਸਕਾਰ ਹੋਣਾ। ਸਾਰੇ ਪੰਥ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਅਕਾਲ ਚਲਾਣੇ ਕਰਕੇ ਵੱਡਾ ਭਾਰੀ ਸੋਗ ਮਾਇਆ ਜਾ ਰਿਹਾ ਹੈ। ਜਿਹੜੇ ਮਹਾਂਪੁਰਸ਼ ਹੁੰਦੇ ਪਹਿਲਾਂ ਹੀ ਪਤਾ ਲੱਗ ਜਾਂਦਾ। ਬਾਣੀ 'ਚ ਬਚਨ ਹੈ, ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਸੱਦਾ ਪਹਿਲਾਂ ਆ ਜਾਂਦਾ, ਪਹਿਲਾਂ ਪਤਾ ਲੱਗ ਜਾਂਦਾ। ਅੰਮ੍ਰਿਤ ਵੇਲੇ 1 ਵਜੇ ਉੱਠੇ, 1:30 ਵਜੇ ਭਾਈ ਗੁਰਦਾਸ ਜੀ ਸਤਿਗੁਰਾਂ ਨੂੰ ਕਹਿੰਦੇ, ਸੱਚੇ ਪਾਤਸ਼ਾਹ ਅੱਜ ਸਾਡਾ ਚਾਲਾ ਹੈ, ਅੱਜ ਅਸੀਂ ਚਲੇ ਜਾਣਾ। ਹਾਂਜੀ ਸੁਨ ਕਰ ਗਮਨੇ ਲੈ ਨਿਜ ਸਾਥ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਜਾਣਦੇ ਸਨ, ਜਾਣੀ ਜਾਣ ਸਤਿਗੁਰੂ ਭਾਈ ਸਾਹਿਬ ਗੁਰਦਾਸ ਜੀ ਨੂੰ ਨਾਲ ਲੈ ਕੇ ਸੁੰਦਰ ਪਰਮਾਨੰਦ ਗੁਰਨਾਥ ਨਾਲ ਭਾਈ ਸੁੰਦਰ ਜੀ ਨੂੰ, ਭਾਈ ਪਰਮਾਨੰਦ ਜੀ ਨੂੰ ਵੀ ਲੈ ਲਿਆ। ਕਰਕੇ ਸੋਚ ਇਸ਼ਨਾਨ ਕਰਨ ਤੇ ਆਪ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ, ਨਾਲ ਭਾਈ ਗੁਰਦਾਸ ਜੀ ਨੂੰ ਵੀ ਬੌਲੀ ਸਾਹਿਬ ਇਸ਼ਨਾਨ ਆਪ ਕਰਾਇਆ, ਕਿਉਂਕਿ ਭਾਈ ਸਾਹਿਬ ਬਿਰਧ ਹੋ ਗਏ ਸਨ ਬਹੁਤ। 96 ਸਾਲ ਉਮਰ ਲਿਖੀ ਇਤਿਹਾਸਕਾਰਾਂ ਨੇ ਭਾਈ ਸਾਹਿਬ ਦੀ। ਭਾਈ ਗੁਰਦਾਸ ਜੀ ਮਹਾਂ ਵਿਦਵਾਨ, ਐਡਾ ਕੋਈ ਵਿਦਵਾਨ ਸੰਸਾਰ ਤੇ ਨਹੀਂ ਹੋਇਆ। ਹਰ ਇੱਕ ਗੱਲ ਕਹਿਣੀ ਹੋਵੇ ਤੇ 10-10, 20-20, 50-50 ਮਿਸਾਲਾਂ ਲਿਆ ਕੇ ਖੜੀਆਂ ਕਰ ਦਿੰਦੇ ਭਾਈ ਸਾਹਿਬ। ਵਾਰਾਂ ਪੜ੍ਹ ਲਓ ਉਹਨਾਂ ਦੀਆਂ, ਕਵਿਤ ਸਵਈਏ ਪੜ੍ਹ ਲਓ, ਕੋਈ ਰੀਸ ਨਹੀਂ ਹੈ ਉਹਨਾਂ ਦੀ। ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਸਭ ਤੋਂ ਪਹਿਲਾਂ ਉਹਨਾਂ ਨੇ ਲਿਖੀ ਹੈ। ਸੋ ਅੱਜ ਭਾਈ ਸਾਹਿਬ ਅਖੀਰਲਾ ਇਸ਼ਨਾਨ ਸ੍ਰੀ ਬੌਲੀ ਸਾਹਿਬ 'ਚ ਕੀਤਾ ਹੈ। ਹਾਂਜੀ ਬੈਠੇ ਆਸਾ ਵਾਰ ਸੁਨੰਤੇ ਤੇ ਦੀਵਾਨ ਸੱਜ ਗਿਆ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ। ਭਾਈ ਸਾਹਿਬ ਗੁਰਦਾਸ ਜੀ ਅਤੇ ਸਤਿਗੁਰੂ ਜੀ, ਭਾਈ ਸੁੰਦਰ ਜੀ, ਭਾਈ ਪਰਮਾਨੰਦ ਜੀ ਅਤੇ ਗੁਰੂ ਕੀਆਂ ਸੰਗਤਾਂ ਕੀਰਤਨ ਸੁਣਨ ਲੱਗੀਆਂ।
ਬਿਨਤੀ ਪੁਨ ਗੁਰਦਾਸ ਸੁਨਾਈ। ਜਦੋਂ ਆਸਾ ਦੀ ਵਾਰ ਦਾ ਭੋਗ ਪਿਆ, ਭਾਈ ਗੁਰਦਾਸ ਜੀ ਬੇਨਤੀ ਕੀਤੀ, ਪ੍ਰਾਨ ਅੰਤ ਮਹਿ ਬਿਲਮ ਨਾ ਕਾਈ। ਮਹਾਰਾਜ ਹੁਣ ਨੇੜੇ ਆ ਸਮਾਂ, ਹੁਣ ਬਹੁਤਾ ਟਾਈਮ ਨਹੀਂ, ਅਸੀਂ ਚੋਲਾ ਛੱਡਣ ਵਾਲੇ ਹੀ ਆ। ਹਾਂਜੀ, ਡਰ ਹੋ ਭਸਮ ਵਿਪਾਸਾ ਮਾਹੀ। ਮੇਰੀ ਬੇਨਤੀ ਹੈ ਕਿ ਮੈਂ ਜਦੋਂ ਸਰੀਰ ਛੱਡ ਜਾਵਾਂ, ਮੇਰਾ ਸੰਸਕਾਰ ਕਰਕੇ ਮੇਰੀ ਸਾਰੀ ਵਿਭੂਤੀ, ਮੇਰੇ ਅੰਗੀਠੇ ਦੀ ਰਾਖ, ਮੇਰੇ ਸਰੀਰ ਦੇ ਫੁੱਲ, ਅਸਤੀਆਂ ਸਾਰੀਆਂ ਬਿਆਸਾ ਜੀ ਪਾ ਦੇਣੀਆਂ ਹਨ। ਹਾਂਜੀ, ਮੇਰੀ ਮੜੀ ਕੀਜੀਏ ਨਾਹੀ। ਮੇਰੀ ਮੜੀ ਨਹੀਂ ਬਣਾਣੀ। ਭਾਈ ਗੁਰਦਾਸ ਜੀ ਕਹਿੰਦੇ ਮੇਰੀ ਕੋਈ ਸਮਾਧੀ ਨਹੀਂ ਬਣਾਣੀ, ਮੇਰੀ ਕੋਈ ਯਾਦ ਨਹੀਂ ਬਣਾਣੀ। ਮੇਰਾ ਚਾਹੁੰਦਾ ਮੈਨੂੰ ਕੋਈ ਆ ਕੇ ਮੈਂ ਕੁਛ ਵੀ ਨਹੀਂ ਹਾਂ, ਗੁਰੂ ਦਾ ਸਭ ਕੁਛ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ। ਮੇਰੀ ਕੋਈ ਨਿਸ਼ਾਨੀ ਨਾ ਬਣਾਇਆ ਜੇ, ਕੋਈ ਮੜੀ ਨਾ ਬਣਾਇਆ ਜੇ। ਸੁਨ ਗੁਰ ਕਹਿਓ ਕਰੈ ਤਬ ਕਹਿਓ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਗੁਰਦਾਸ ਜੀਓ, ਜੋ ਤੁਹਾਡੀ ਇੱਛਾ ਉਸੇ ਤਰ੍ਹਾਂ ਹੀ ਕਰਾਂਗੇ। ਮਨ ਅਡੋਲ ਭਾਈ ਹੋਏ ਰਹਿਓ। ਭਾਈ ਸਾਹਿਬ ਬੜੇ ਅਡੋਲ ਅਵਸਥਾ 'ਚ। ਸਾਧ ਸੰਗਤ, ਗੁਰਮੁਖਾਂ ਨੇ ਜਾਣਾ ਹੁੰਦਾ, ਗੁਰਮੁਖ ਹੱਸਦਾ ਜਾਏ। ਸੰਸਾਰੀ ਲੋਕ ਰੋਂਦੇ ਜਾਂਦੇ ਆ ਤੇ ਗੁਰਮੁਖ ਹੱਸਦੇ ਜਾਂਦੇ ਆ। ਅੱਜ ਭਾਈ ਗੁਰਦਾਸ ਜੀ ਜਾ ਰਹੇ ਨੇ ਆਪਣੇ ਪ੍ਰੀਤਮ ਦੇ ਦੇਸ਼, ਹੱਸਦੇ ਹੀ ਜਾ ਰਹੇ ਨੇ, ਹੱਸਦੇ ਹੀ ਜਾ ਰਹੇ ਨੇ। ਹਾਂਜੀ, ਜਪਜੀ ਪਾਠ ਸੁਖ ਮਨੀ ਕੀਨ। ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ, ਫਿਰ ਸੁਖਮਨੀ ਸਾਹਿਬ ਦਾ ਪੂਰਾ ਪਾਠ ਕੀਤਾ ਭਾਈ ਸਾਹਿਬ ਜੀ ਨੇ। ਹਾਂਜੀ, ਨਮੋ ਠਾਨ ਗੁਰ ਧਿਆਨ ਸੋ ਲੀਨ। ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਧਿਆਨ ਆਪਣਾ ਗੁਰੂ ਦੇ ਚਰਨਾਂ 'ਚ ਲੀਨ ਕਰ ਲਿਆ। ਸਭੇ ਗੱਲਾਂ ਵਿਸਰਨ, ਸਾਰੀਆਂ ਗੱਲਾਂ ਭੁੱਲ ਗਈਆਂ, ਇੱਕਾ ਵਿਸਰ ਨਾ ਜਾਓ। ਧੰਦਾ ਸਭ ਜਲਾਇਕ ਹੈ, ਗੁਰੂ ਨਾਮ ਦੀਆ ਸੱਚ ਸੁਆਓ। ਆਸਾ ਸਭੇ ਲਾਇਕ ਹੈ, ਇੱਕਾ ਆਸ ਕਮਾਓ। ਜਿਹੜੀ ਅਵਸਥਾ 'ਚ ਬਾਣੀ 'ਚ ਲਿਖੀ ਨਾ, ਹੋਰ ਸਾਰੀਆਂ ਗੱਲਾਂ ਭੁੱਲ ਗਈਆਂ। ਇੱਕ ਗੁਰੂ ਦੇ ਧਿਆਨ ਵਿੱਚ, ਪਰਮੇਸ਼ਰ ਦੇ ਸਰੂਪ ਵਿੱਚ ਬਿਰਤੀ ਲੀਨ ਕਰ ਲਈ ਹੈ। ਸ਼੍ਰੀ ਹਰਗੋਬਿੰਦ ਚੰਦ ਅਲਾਇਓ। ਤੇ ਛੇਵੇਂ ਪਾਤਸ਼ਾਹ ਮਹਾਰਾਜ ਬੋਲੇ ਹਨ, ਧਨ ਜਨਮ ਤੁਮਰੋ ਜਗ ਆਇਓ। ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ, ਧੰਨੋ ਤੁਹਾਡਾ ਇਹ ਸੰਸਾਰ ਤੇ ਆਉਣਾ ਧੰਨ ਹੈ। ਧੰਨ ਮਹਾਂਪੁਰਸ਼ ਪਰਉਪਕਾਰੀ ਆਇਆ ਸਫਲ ਤਾਹੂ ਕੋ ਗਨੀ ਹੈ। ਉਹਨਾਂ ਦਾ ਆਉਣਾ ਸਫਲ ਹੈ, ਜੀਵਨ ਸਫਲ ਹੈ, ਸਰੀਰ ਵੀ ਸਫਲ ਹੈ, ਹੱਥ ਵੀ ਸਫਲ ਹਨ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰਕਾਰ ਕਮਾਵੈ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਸ਼ਬਦ ਲਿਵ ਲਾਵੈ। ਵਾਰਾਂ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਦੇ ਹੱਥ ਸਫਲੇ ਹਨ, ਸਾਧ ਸੰਗਤ ਦੀ ਸੇਵਾ ਕਰਦੇ ਆ, ਗੁਰਬਾਣੀ ਦੀਆਂ ਪੋਥੀਆਂ ਲਿਖਦੇ ਆ, ਤਾਲ ਮਿਰਦੰਗ, ਢੋਲਕੀ, ਤਬਲਾ, ਮਿਰਦੰਗ ਵਜਾਉਂਦੇ ਤੇ ਗੁਰੂ ਦੀ ਬਾਣੀ ਗਾਉਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਲਮ ਵੀ ਧੰਨ ਹੈ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਧੰਨ ਸੋ ਕਾਗਦ ਕਲਮ ਧੰਨ। ਉਹ ਕਾਗਦ ਵੀ ਧੰਨ ਹੈ ਜਿਹਦੇ 'ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ। ਉਹ ਕਲਮ ਵੀ ਧੰਨ ਹੈ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ। ਧੰਨ ਭਾਂਡਾ, ਉਹ ਸਿਆਹੀ ਵੀ ਧੰਨ, ਦਵਾਤ ਵੀ ਧੰਨ। ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਛੇਵੇਂ ਪਾਤਸ਼ਾਹ ਕਹਿੰਦੇ ਧੰਨੋ ਭਾਈ ਸਾਹਿਬ ਜੀ, ਆਪ ਜੀ ਧੰਨ ਹੋ। ਮਹਿ ਮੰਡਲ ਮਹਿ ਜਸ ਵਿਸਥਾਰਾ। ਇਹ ਸਾਰੀ ਧਰਤੀ ਤੇ ਤੁਹਾਡੇ ਵਰਗਾ ਕੋਈ ਨਹੀਂ ਹੈ। ਇਸ ਮਹਿ ਮੰਡਲ 'ਚ ਤੁਹਾਡਾ ਜਸ ਵਿਸਥਰਿਆ ਹੈ। ਸਾਰੇ ਸੰਸਾਰ 'ਚ ਰਹਿੰਦੀ ਦੁਨੀਆ ਤੱਕ ਜਦੋਂ ਚੰਦ ਸੂਰਜ ਧਰਤੀ ਆਕਾਸ਼ ਰਹਿਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਣਗੇ, ਤੁਹਾਡਾ ਨਾਮ ਨਾਲ ਬੋਲੇਗਾ। ਹਾਂਜੀ, ਪਾਏ ਪਰਮਗਤ ਪੰਥ ਪਧਾਰਾ। ਪਰਮ ਗਤੀ ਨੂੰ ਪ੍ਰਾਪਤ ਹੋਏ ਹੋ। ਚਾਰ ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ। ਅੱਜ ਉਸ ਰਸਤੇ ਤੇ ਜਾ ਰਹੇ ਹੋ ਜਿਹੜੇ ਤੁਹਾਨੂੰ ਸਾਰੇ ਨਮਸਕਾਰਾਂ ਕਰਨਗੇ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਬੜਾ ਔਖਾ ਰਸਤਾ, ਨਾਮ ਤੋਂ ਬਿਨਾਂ ਨਹੀਂ ਤਰਿਆ ਜਾਂਦਾ। ਪਰ ਜਦੋਂ ਗੁਰਮੁਖ ਜਾਂਦੇ ਨੇ, ਧਰਮਰਾਜ ਅੱਗੋਂ ਦੀ ਲੈਣ ਆਉਂਦਾ, ਬੇਨਤੀ ਕਰਦਾ, ਮਹਾਰਾਜ ਜੀ ਆਇਆਂ ਨੂੰ, ਬੜੀ ਕਿਰਪਾ ਕੀਤੀ ਹੈ। ਹਾਂਜੀ, ਚਿਰੰਕਾਲ ਤੇਰੋ ਰਹਿ ਨਾਮੂ। ਭਾਈ ਸਾਹਿਬ ਜੀ ਤੁਹਾਡਾ ਜੁਗਾਂ ਤੱਕ ਨਾਮ ਰਹਿਣਾ ਹੈ। ਹਾਂਜੀ, ਜਨ ਹੈ ਗੁਰੂ ਪੰਥ ਅਭਿਰਾਮੂ। ਗੁਰੂ ਪੰਥ ਖਾਲਸੇ ਵਿੱਚ ਹਰ ਇੱਕ ਗੁਰਸਿੱਖ ਕਹੇਗਾ ਧੰਨ ਭਾਈ ਗੁਰਦਾਸ, ਧੰਨ ਭਾਈ ਗੁਰਦਾਸ, ਧੰਨ ਭਾਈ ਗੁਰਦਾਸ।
ਕੋਈ ਰਸਨਾ ਐਸੀ ਨਹੀਂ ਹੋਵੇਗੀ ਜਿਹੜੀ ਭਾਈ ਸਾਹਿਬ ਗੁਰਦਾਸ ਜੀ ਨੂੰ ਧੰਨ ਕਹੇ ਤੋਂ ਬਿਨਾਂ ਰਹਿ ਸਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਿਖਾਰੀ ਹੋ ਤੁਸੀਂ। ਹਾਂਜੀ, ਸੁਨ ਗੁਰ ਬੈਨ ਬੰਦਨਾ ਕਰ ਕੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣੇ, ਸੁਖਮਣੀ ਸਾਹਿਬ ਦਾ ਭੋਗ ਪੈ ਗਿਆ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਭਾਈ ਸਾਹਿਬ ਨੇ, ਬਦਨ ਅਛਾਦਿਓ ਆਗੈ ਪਰ ਕੈ। ਤੇ ਮਹਾਰਾਜ ਦੇ ਸਾਹਮਣੇ ਹੀ ਨਾ ਜ਼ਮੀਨ ਤੇ ਲੰਮੇ ਪੈ ਗਏ ਤੇ ਚਾਦਰਾ ਉੱਤੇ ਲੈ ਕੇ ਆਪਣਾ ਮੂੰਹ ਢੱਕ ਲਿਆ। ਹਾਂਜੀ, ਸ਼੍ਰੀ ਸਤਿਗੁਰ ਕੇ ਪੁਰ ਬਿਨ ਬੇਰਾ। ਜਿਵੇਂ ਸਾਧ ਸੰਗਤ ਜੀ ਬਸ ਅੱਖ ਫਰਕਦੀ ਹੈ ਨਾ, ਇੰਨੇ ਕੁ ਸਮੇਂ ਵਿੱਚ ਉਸ ਸੱਚਖੰਡ 'ਚ ਜਾ ਪਹੁੰਚੇ ਜਿੱਥੇ ਬੜੇ ਬੜੇ ਜੋਗੀ ਜਤੀ ਤਪੀ ਤਪ ਕਰਕੇ ਵੀ ਨਹੀਂ ਪਹੁੰਚ ਸਕਦੇ, ਬੜੀਆਂ ਸਾਧਨਾ ਕਰਕੇ ਨਹੀਂ ਪਹੁੰਚ ਸਕਦੇ। ਸ੍ਰੀ ਸਤਿਗੁਰ ਕੇ ਪੁਰ ਬਿਨ ਦੇਰਾ, ਬਿਨਾਂ ਦੇਰੀ ਦੇ ਜਾ ਪਹੁੰਚੇ ਹਨ। ਪਹੁੰਚਿਓ ਸਿੱਖ ਗੁਰਦਾਸ ਬਡੇਰਾ। ਆਹਾ, ਗੁਰੂ ਦਾ ਵੱਡਾ ਮਹਾਨ ਸਿੱਖ ਭਾਈ ਗੁਰਦਾਸ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਸ ਨਗਰੀ 'ਚ ਪਹੁੰਚ ਗਿਆ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋ ਨਾਹੀ ਤੇ ਠਾਉ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਭਾਈ, ਉਹ ਵਤਨ, ਉਹ ਦੇਸ਼, ਉਹ ਸੱਚਖੰਡ। ਅਬ ਮੋਏ ਖੂਬ ਵਤਨ ਗਏ ਭਾਈ, ਉਹਾਂ ਖੈਰ ਸਦਾ ਮੇਰੇ ਭਾਈ। ਸਦਾ ਹੀ ਆਨੰਦ ਆ ਜਿੱਥੇ, ਉੱਥੇ ਭਾਈ ਸਾਹਿਬ ਦੀ ਅਵਸਥਾ, ਉੱਥੇ ਜਾ ਪਹੁੰਚੇ ਹਨ। ਸ਼੍ਰੀ ਹਰਗੋਬਿੰਦ ਦੇਖਤ ਆਗੇ। ਸੂਖ ਮਹਿਲ ਜਾਂਕੇ ਊਚ ਦੁਆਰੇ, ਸੂਖ ਮਹਿਲ ਜਾਂਕੇ ਊਚ ਦੁਆਰੇ। ਤਾਂ ਮੈਂ ਵਾਸੈ ਭਗਤ ਪਿਆਰੇ। ਉੱਥੇ ਭਾਈ ਸਾਹਿਬ ਜਾ ਵਸੇ ਹਨ। ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਦੇਖਦਿਆਂ ਦੇਖਦਿਆਂ ਇਹ ਧਨ ਜਿਨ ਪ੍ਰਾਨ ਤਿਆਗੇ। ਤੇ ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਧਨ ਨੇ, ਧਨ ਨੇ ਭਾਈ ਸਾਹਿਬ ਗੁਰਦਾਸ ਜੀ, ਧਨ ਨੇ ਜਿਨ੍ਹਾਂ ਨੇ ਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਕਰਦਿਆਂ ਚੋਲਾ ਤਿਆਗਿਆ ਹੈ। ਆਸਾ ਵਾਰ ਭੋਗ ਤਬ ਪਾਗਿਓ। ਗੁਰਬਾਣੀ ਦਾ ਭੋਗ ਆਸਾ ਦੀ ਵਾਰ ਦੇ ਕੀਰਤਨ ਦਾ ਪੈ ਗਿਆ ਹੈ। ਹਾਥ ਜੋੜ ਸਭ ਸੀਸ ਨਿਵਾਇਓ। ਸਾਰਿਆਂ ਨੇ ਹੱਥ ਜੋੜ ਕੇ ਸੀਸ ਨਵਾਇਆ। ਜਦੋਂ ਅਖੀਰਲੀ ਪੌੜੀ ਪੜ੍ਹਦੇ ਨੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਅਖੀਰਲੀ ਪੌੜੀ ਪੜ੍ਹ ਕੇ ਫਿਰ ਸਾਰਿਆਂ ਨੇ ਸਿਰ ਝੁਕਾਇਆ ਹੈ। ਸੰਸਕਾਰਨ ਤਿਆਰੀ ਕਰਵਾਈ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਨੇ। ਚਹੀਏ ਸੌਜ ਸਭ ਮੰਗਵਾਈ। ਜੋ ਕੁਝ ਚਾਹੀਦਾ ਸੰਸਕਾਰ ਵਾਸਤੇ ਸਭ ਕੁਝ ਮੰਗਵਾਇਆ ਗਿਆ ਹੈ। ਭਾਨਾ ਆਦਿਕ ਝੱਲੇ ਉਠਾਏ। ਭਾਈ ਸਾਹਿਬ ਭਾਈ ਭਾਨਾ ਜੀ ਅਤੇ ਹੋਰ ਜਿਹੜੇ ਗੁਰੂ ਘਰ ਦੇ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਬਾਬਾ ਸੁੰਦਰ ਜੀ, ਭਾਈ ਪਰਮਾਨੰਦ ਜੀ, ਇਹੋ ਜਿਹੇ ਸਿੱਖ ਮੋਢਾ ਲਾ ਕੇ ਭਾਈ ਗੁਰਦਾਸ ਜੀ ਦਾ ਦੀਵਾਨ ਲੈ ਚੱਲੇ ਨੇ। ਕੀਮਤ ਅਧਿਕ ਦੁਸ਼ਾਲੇ ਪਾਏ। ਬੜੇ ਕੀਮਤੀ ਦੁਸ਼ਾਲੇ ਸੋਹਣੇ ਕੱਪੜੇ ਚਾਦਰਾਂ ਲਿਆ ਲਿਆ ਕੇ ਨਾ ਉੱਤੇ ਪਾਈਆਂ ਨੇ ਸਿੱਖਾਂ ਨੇ। ਕੋਈ ਚਾਦਰਾ ਛੇਵੇਂ ਪਾਤਸ਼ਾਹ ਨੇ ਪਾਇਆ, ਕੋਈ ਭਾਈ ਬਿਧੀ ਚੰਦ ਜੀ ਨੇ ਪਾਇਆ, ਕੋਈ ਬਾਬਾ ਸੁੰਦਰ ਜੀ ਨੇ, ਕੋਈ ਸੰਗਤਾਂ ਨੇ ਲਿਆ ਲਿਆ ਕੇ ਨਾ, ਕੋਈ ਖੰਡੂਰ ਸਾਹਿਬ ਵਾਲੇ ਆ ਗਏ। ਜਿੱਥੇ ਜਿੱਥੇ ਪਤਾ ਲੱਗਾ ਸਾਰਿਆਂ ਨੇ ਬੜੇ ਕੀਮਤੀ ਦੁਸ਼ਾਲੇ ਮਹਾਰਾਜ ਸਾਹਿਬ ਜੀ ਦੇ ਮਹਾਨ ਬ੍ਰਹਮ ਗਿਆਨੀ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਰੀਰ ਤੇ ਪਾਏ ਹਨ। ਸੂਰਜ ਮਲ ਕਰ ਚਵਰ ਚੁਲਾਵੈ। ਬਾਬਾ ਸੂਰਜ ਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਹੱਥ ਵਿੱਚ ਚੌਰ ਫੜ ਲਿਆ ਤੇ ਭਾਈ ਗੁਰਦਾਸ ਜੀ ਦੇ ਉੱਤੇ ਚੌਰ ਕਰਨ ਲੱਗੇ ਹਨ। ਸੰਖਨ ਕੀ ਧੁਨ ਬਹੁਤ ਵਜਾਵੈ। ਤੇ ਸੰਖ ਵਜਾਉਣ ਵਾਲਿਆਂ ਨੇ ਸੰਖ ਵਜਾਣੇ ਸ਼ੁਰੂ ਕਰ ਦਿੱਤੇ, ਰਣ ਸਿੰਘੇ ਵਜਾਏ। ਬੜੇ ਕੀਰਤਨ ਕਰਦੇ, ਸ਼ਬਦ ਪੜ੍ਹਦੇ ਹੋਏ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਫੁੱਲਾਂ ਦੀ ਬਰਖਾ ਹੁੰਦੀ ਤੇ ਬੜੇ ਰੂਹ ਕੇਵੜਾ, ਅਤਰ, ਗੁਲਾਬ, ਜਲ ਛਿੜਕਦੇ ਹੋਏ ਤੇ ਸਾਧ ਸੰਗਤ ਜੀ ਸੰਗਤਾਂ ਭਾਈ ਸਾਹਿਬ ਦਾ ਸਰੀਰ ਲੈ ਚੱਲੀਆਂ ਹਨ। ਗਮਨਤ ਸ਼ਬਦ ਰਬਾਬੀ ਗਾਵਤ। ਰਬਾਬੀ ਕੀਰਤਨ ਕਰਦੇ ਜਾ ਰਹੇ ਨੇ। ਬੈਰਾਗਮਈ ਬਾਣੀ ਵਡਹੰਸ ਰਾਗ ਦੀਆਂ ਅਲਾਣੀਆਂ ਦੇ ਸ਼ਬਦ ਅਤੇ ਮਾਰੂ ਰਾਗ ਦੇ ਸ਼ਬਦ ਗਾਉਂਦੇ ਨੇ। ਤੀਰ ਬਿਪਾਸਾ ਕੇ ਚਲ ਜਾਵਤ। ਬਿਆਸਾ ਨਦੀ ਦੇ ਕੰਢੇ ਸਾਧ ਸੰਗਤ ਜੀ ਤੁਰੇ ਜਾਂਦੇ ਨੇ। ਬਿਆਸਾ ਦੇ ਕੰਢੇ ਪਹੁੰਚੇ ਨੇ। ਫੂਲਤ ਕੀ ਬਰਖਾ ਬਹੁ ਕਰੀ। ਬੜੀ ਫੁੱਲਾਂ ਦੀ ਵਰਖਾ ਸੰਗਤਾਂ ਨੇ ਕੀਤੀ ਹੈ।
ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਲਾਗੇ ਬੰਨੇ ਜਿੰਨੇ ਪਿੰਡ ਸੀਗੇ ਨਾ, ਸੰਗਤਾਂ ਬਹੁਤ ਆ ਗਈਆਂ। ਭਾਈ ਸਾਹਿਬ ਗੁਰਦਾਸ ਜੀ ਦੀ ਹਸਤੀ ਬੜੀ ਮਹਾਨ ਸੀਗੀ ਪੰਥ ਵਿੱਚ। ਜਿਹਨੂੰ ਪਤਾ ਲੱਗਾ ਨਾ, ਅੱਖਾਂ ਸੇਜਲ ਹੋ ਗਈਆਂ ਤੇ ਲਿਆ ਕੇ ਫੁੱਲਾਂ ਦੇ ਟੋਕਰੇ ਸੰਗਤਾਂ ਫੁੱਲ ਵਰਖਾਂਦੀਆਂ ਹਨ। ਦੇਖ ਚਖਾ ਕੇ ਉਪਰ ਧਰੀ। ਭਾਈ ਸਾਹਿਬ ਜੀ ਦਾ ਪਵਿੱਤਰ ਸਰੀਰ ਜਿਹੜਾ ਗੁਰੂ ਦੀ ਸੇਵਾ 'ਚ ਸਫਲਾ ਹੋਇਆ ਸੀ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਗ੍ਰਸਤ ਦੀ ਬੜੀ ਮਹਿਮਾ ਲਿਖੀ ਹੈ। ਕਹਿੰਦੇ ਨੇ ਸਕਲ ਧਰਮ ਮਹਿ ਗ੍ਰਸਤ ਪ੍ਰਧਾਨ ਹੈ। ਗ੍ਰਸਤ ਵਰਗਾ ਕੋਈ ਧਰਮ ਨਹੀਂ, ਪਰ ਆਪ ਗ੍ਰਸਤੀ ਨਹੀਂ ਬਣ ਸਕੇ। ਵਿਆਹ ਨਹੀਂ ਕਰਾਇਆ ਸਾਰੀ ਉਮਰ। ਕਿਉਂ ਨਹੀਂ ਕਰਾਇਆ? ਗ੍ਰਸਤ ਨੂੰ ਨਫ਼ਰਤ ਤਾਂ ਨਹੀਂ ਕਰਦੇ ਸੀ, ਬਲਕਿ ਉਹਦੀ ਤਾਂ ਵਡਿਆਈ ਕਰਦੇ ਸੀ। ਪਰ ਕਿਉਂ ਨਹੀਂ ਕਰਾਇਆ? ਸੇਵਾ ਵਿੱਚੋਂ ਫੁਰਸਤ ਹੀ ਨਹੀਂ ਮਿਲੀ। ਸੇਵਾ ਵਿੱਚ ਇੰਨੇ ਲੀਨ ਹੋ ਗਏ ਵੀ ਮੈਂ ਕਿਹੜੇ ਜੰਜਾਲ 'ਚ ਪਵਾਂਗਾ ਗ੍ਰਸਤੀ ਦਾ। ਗੁਰੂ ਦੀ ਸੇਵਾ 'ਚ ਹੀ ਆਪਣਾ ਸਾਰਾ ਟਾਈਮ, ਮਿੰਟ ਪਲ ਪਲ। ਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਜੀ, ਚੌਥੇ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ, ਫਿਰ ਛੇਵੇਂ ਪਾਤਸ਼ਾਹ ਜੀ, 4 ਸਤਿਗੁਰਾਂ ਦੀ ਸੇਵਾ ਕੀਤੀ। 96 ਸਾਲ ਦੇ ਨੇੜੇ ਉਮਰ ਹੋਈ। 1 ਮਿੰਟ ਵੀ ਨਹੀਂ ਕੱਢਿਆ ਦੂਜੇ ਸੰਸਾਰੀ ਬਿਰਤੀ ਵੱਲ। ਸਾਰਾ ਸਮਾਂ ਗੁਰੂ ਗੁਰ ਜਪੀ, ਗੁਰੂ ਧਿਆਈ। ਇਹੋ ਜਿਹੇ ਮਹਾਂਪੁਰਸ਼ ਹੋਏ ਭਾਈ ਗੁਰਦਾਸ ਜੀ। ਹਾਂਜੀ। ਕਰ ਆਪਣੇ ਗੁਰ ਲਾਂਬੂ ਲਾਇਓ। ਜਦੋਂ ਚਿਤਾ ਦੇ ਉੱਤੇ ਭਾਈ ਸਾਹਿਬ ਦਾ ਸਰੀਰ ਰੱਖਿਆ ਗਿਆ, ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਭਾਈ ਗੁਰਦਾਸ ਜੀ ਨੂੰ ਆਪਣੇ ਹੱਥੀਂ ਸਤਿਗੁਰੂ ਜੀ ਦਾਹ ਸੰਸਕਾਰ ਕਰਨ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਜਥਾ ਜੋਗ ਸਭ ਕਰਮ ਕਰਾਇਓ। ਜੋ ਮਰਜ਼ਾਦਾ ਗੁਰੂ ਘਰ ਦੀ ਹੈ ਸੰਸਕਾਰ ਦੀ, ਮਹਾਰਾਜ ਆਪ ਕੀਤੀ ਛੇਵੇਂ ਪਾਤਸ਼ਾਹ ਨੇ। ਵਾਹਿਗੁਰੂ। ਸਕਲ ਦਗਦ ਕਰ ਨਦੀ ਨਹਾਏ। ਤੇ ਸਾਰਾ ਭਾਈ ਸਾਹਿਬ ਦਾ ਸੰਸਕਾਰ ਕਰਨ ਤੋਂ ਬਾਅਦ ਬਿਆਸਾ ਵਿੱਚ ਇਸ਼ਨਾਨ ਕੀਤੇ ਸਾਰਿਆਂ ਨੇ। ਹਾਂਜੀ। ਦੇਈ ਤਿਲਾਂਜਲ ਲੈ ਤਿਸਨਾਏ। ਕੀਰਤਨ ਸੋਹਲੇ ਦਾ ਪਾਠ ਕਰਕੇ ਤਿਲਾਂਜਲੀ ਦੇ ਕੇ ਭਾਈ ਸਾਹਿਬ ਨੂੰ ਚੌਕੀ ਸ਼ਬਦ ਭੋਗ ਕੋ ਪਾਏ। ਸ਼ਬਦ ਚੌਂਕੀ ਦਾ ਭੋਗ ਪਾਇਆ ਹੈ। ਕਰ ਅਰਦਾਸ ਗੁਰੂ ਪੁਰ ਜਾਏ। ਮਹਾਰਾਜ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਜਾਂ ਗੁਰਦੁਆਰਾ ਚਵਾਰਾ ਸਾਹਿਬ ਆਏ, ਨਮਸਕਾਰਾਂ ਕੀਤੀਆਂ ਤੇ ਅਰਦਾਸ ਬੇਨਤੀ ਗੁਰੂ ਅਮਰਦਾਸ ਦੇ ਚਰਨਾਂ 'ਚ ਕੀਤੀ। ਸੱਚੇ ਪਾਤਸ਼ਾਹ, ਭਾਈ ਸਾਹਿਬ ਤੁਹਾਡੇ ਬੱਚੇ ਸਨ, ਗੁਰੂ ਅਮਰਦਾਸ ਜੀ ਦੇ ਭਤੀਜੇ ਸੀ ਸਕੇ, ਤੇ ਤੁਹਾਡੇ ਚਰਨਾਂ 'ਚ ਆ ਗਏ ਨੇ, ਤੇ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਹੀ ਨਿਵਾਸ ਬਖਸ਼ਣਾ, ਇਉਂ ਅਰਦਾਸ ਬੇਨਤੀ ਕੀਤੀ ਹੈ। ਪੰਚਾਮ੍ਰਿਤ ਤਬ ਹੈ ਵਰਤਾਏ। ਬਹੁਤ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਸੰਗਤਾਂ 'ਚ ਵਰਤਾਈਆਂ ਗਈਆਂ ਨੇ। ਵਰਨਤ ਗੁਣ ਨਿਵੇਸ਼ ਕੋ ਆਏ। ਔਰ ਗੁਣ ਗਨ ਦਾ ਵਰਣਨ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਗੁਣਾਂ ਦਾ ਬਖਿਆਨ ਕਰਦੇ ਹੋਏ ਆਪਣੀ ਛਾਉਣੀ 'ਚ ਆ ਗਏ ਨੇ ਸਤਿਗੁਰੂ ਜੀ। ਗੁਰ ਟਿਗਪੁਰ ਜਨ ਮਿਲ ਸਮੁਦਾਏ। ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਕੋਲ ਬਹੁਤ ਸਾਰੀਆਂ ਸੰਗਤਾਂ ਭਾਈ ਸਾਹਿਬ ਦੇ ਨਿਮਿਤ ਬੈਰਾਗ ਕਰਨ ਲਈ, ਅਫਸੋਸ ਕਰਨ ਲਈ, ਪਰਚਾਉਣੀ ਕਰਨ ਲਈ ਆ ਗਈਆਂ। ਮਰਿਆਦਾ ਹੈ, ਜਦੋਂ ਕੋਈ ਗੁਰੂ ਕਾ ਲਾਲ ਸਿੱਖ ਰਿਸ਼ਤੇਦਾਰ ਸੱਜਣ ਮਿੱਤਰ ਚਾਲੇ ਪਾ ਜਾਵੇ, ਆਪਾਂ ਅਫਸੋਸ ਕਰਨ ਲਈ ਬੈਠਦੇ ਹਾਂ। ਸਾਰੀਆਂ ਸੰਗਤਾਂ ਗੁਰੂ ਸਾਹਿਬ ਕੋਲ ਆਈਆਂ ਨੇ। ਕਿਉਂ? ਭਾਈ ਸਾਹਿਬ ਗੁਰੂ ਦੇ ਸਨ ਤੇ ਗੁਰੂ ਭਾਈ ਸਾਹਿਬ ਦਾ ਸੀ। ਹਾਂਜੀ। ਬੈਠ ਬਾਤ ਗੁਰਦਾਸ ਚਲਾਏ। ਭਾਈ ਗੁਰਦਾਸ ਜੀ ਦੇ ਬਚਨ ਚੱਲੇ, ਉਹਨਾਂ ਦੇ ਜੀਵਨ ਦੀਆਂ ਗੱਲਾਂ, ਜਿਹੜੇ ਸਿੱਖਾਂ ਨਾਲੋਂ ਮਿਲੇ ਗਿਲੇ ਬੈਠੇ, ਸਾਰੀ ਲਾਈਫ, ਸਾਰੀ ਜ਼ਿੰਦਗੀ, ਜੋ ਸਿੱਖਾਂ ਨੇ ਵੇਖਿਆ, ਉਹ ਉਹਨਾਂ ਦਾ ਤਾਂ ਪਲ ਪਲ ਜਿਹੜਾ ਸੀ ਬੜਾ ਕੀਮਤੀ ਸੀ। ਔਰ ਉਹਨਾਂ ਦੀ ਜ਼ਿੰਦਗੀ ਦਾ ਮਿੰਟ ਜਿਹੜਾ ਸੀ ਉਹ ਇੱਕ ਯਾਦਾਂ ਸਨ ਜਿਹੜੀਆਂ ਭੁਲਾਈਆਂ ਨਹੀਂ ਸੀ ਜਾ ਸਕਦੀਆਂ। ਉਸ ਜਿਨ੍ਹਾਂ ਦੇ ਨਾਲ ਜੋ ਪਲ ਬਿਤਾਏ ਸਨ ਉਹ ਦੱਸਦੇ ਹੈ। ਕੋਈ ਕਹਿੰਦਾ ਮੈਨੂੰ ਭਾਈ ਸਾਹਿਬ ਬਾਣੀ ਸਿਖਾਉਂਦੇ ਸੀ, ਕੋਈ ਕਹਿੰਦਾ ਭਾਈ ਸਾਹਿਬ ਮੈਨੂੰ ਕਥਾ ਸੁਣਾਉਂਦੇ ਸੀ, ਕੋਈ ਕਹਿੰਦਾ ਮੈਨੂੰ ਸੇਵਾ ਕਰਨ ਦੀ ਜਾਚ ਸਿਖਾਉਂਦੇ ਸੀ, ਕੋਈ ਕਹਿੰਦਾ ਮੈਨੂੰ ਆਹ ਕੰਮ ਸਿਖਾਇਆ ਸੀ ਗੁਰੂ ਘਰ ਸੇਵਾ ਕਰਨ ਦਾ, ਕਿਸੇ ਨੇ ਆਖਿਆ ਮੈਨੂੰ ਆਹ ਸਿਖਾਇਆ। ਇਉਂ ਸਿੱਖ ਜਿਹੜੇ ਨੇ ਨਾ ਭਾਈ ਸਾਹਿਬ ਦੇ ਬਚਨ ਚੇਤੇ ਕਰਦੇ ਨੇ। ਚੌਥੇ ਦਿਵਸ ਅਸਥ ਚੱਲ ਲੀਨ। ਚੌਥੇ ਦਿਨ ਅੰਗੀਠਾ ਸੰਭਾਲਿਆ ਜਾ ਕੇ। ਜਦੋਂ ਅੰਗੀਠਾ ਠੰਡਾ ਹੋ ਗਿਆ ਸੰਸਕਾਰ ਤੋਂ ਚੌਥੇ ਦਿਨ ਭਸਮ ਵਿਪਾਸਾ ਪ੍ਰਾਪਤ ਕੀਨ। ਸਾਰੀ ਵਿਭੂਤੀ ਭਾਈ ਸਾਹਿਬ ਦੀ ਅੰਗੀਠੇ ਦੀ ਉਹ ਸਾਰੀ ਬਿਆਸਾ ਵਿੱਚ, ਦਰਿਆ ਵਿੱਚ ਛੇਵੇਂ ਪਾਤਸ਼ਾਹ ਨੇ, ਜਿਵੇਂ ਭਾਈ ਸਾਹਿਬ ਦੀ ਇੱਛਾ ਸੀ ਵੀ ਮੇਰੀ ਮੜੀ ਨਹੀਂ ਬਣਾਉਣੀ, ਮੇਰੀ ਕੋਈ ਸਮਾਧੀ ਨਹੀਂ ਬਣਾਉਣੀ, ਉਹ ਭਾਈ ਸਾਹਿਬ ਦਾ ਸਰੀਰ ਜਲ ਪ੍ਰਵਾਹ ਕਰ ਦਿੱਤਾ ਸਾਰਾ ਅੰਗੀਠਾ। ਬਾਪੀ ਮਹਿ ਇਸ਼ਨਾਨ ਕਰ ਤਬੈ। ਫਿਰ ਬੌਲੀ ਸਾਹਿਬ ਆ ਇਸ਼ਨਾਨ ਕੀਤੇ। ਨਮੋ ਕਰੀ ਪੂਜਨ ਥਲ ਸਬੈ। ਔਰ ਸਾਰੇ ਗੁਰੂ ਧਾਮਾਂ ਨੂੰ, ਗੁਰਦੁਆਰਾ ਸ੍ਰੀ ਚਵਾਰਾ ਸਾਹਿਬ,
ਗੁਰਦੁਆਰਾ ਸ੍ਰੀ ਬੌਲੀ ਸਾਹਿਬ ਸਭ ਮੱਥਾ ਟੇਕਿਆ। ਮਹਾਰਾਜ ਛੇਵੇਂ ਪਾਤਸ਼ਾਹ ਨੇ ਤਤ ਛਿਨ ਹੈ ਪਰ ਕਰ ਅਸਵਾਰੀ। ਤੇ ਸਾਰਿਆਂ ਨੂੰ ਕਿਹਾ ਭਾਈ ਧੀਰਜ ਰੱਖੋ, ਨਾਮ ਜਪੋ। ਤੇ ਉਸੇ ਵੇਲੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਪਏ। ਚਲੇ ਸੁਧਾਸਰ ਪੰਥ ਮਝਾਰੀ। ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਹ ਚੱਲ ਪਏ। ਦੋਹਰਾ ਸੁੰਦਰ ਪਰਮਾਨੰਦ ਕੋ। ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਇਹ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ। ਹਾਂਜੀ, ਅਪਰ ਸਰਬ ਪਰਿਵਾਰ। ਇਹ ਔਰ ਸਾਰੇ ਭੱਲੇ ਸਾਹਿਬਜ਼ਾਦਿਆਂ ਨੂੰ ਜਥਾ ਜੋਗ ਮਿਲ ਕਰ ਸਭਨ। ਸਾਰਿਆਂ ਨੂੰ ਮਿਲ ਕੇ ਸਾਰਿਆਂ ਨੂੰ ਹੌਸਲਾ ਦੇ ਕੇ ਹੈ ਹੋਏ ਅਸਵਾਰ। ਆਪ ਮਹਾਰਾਜ ਘੋੜੇ ਤੇ ਸਵਾਰ ਹੋਏ। ਛੇਵੇਂ ਪਾਤਸ਼ਾਹ ਜੀ ਚੌਪੇ ਸਭ ਕਟੰਬ ਚੜ ਚਲਿਓ ਪਿਛਾਰੀ। ਸਾਰਾ ਪਰਿਵਾਰ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ ਅਤੇ ਮਾਤਾ ਮਹਾਂਦੇਵੀ ਦੀ ਨੂੰਹ ਗੁਰੂ ਹਰਗੋਬਿੰਦ ਸਾਹਿਬ ਦੀ ਛੋਟੀ ਨੂੰਹ ਬੀਬੀ ਖੇਮ ਕੌਰ, ਮਾਤਾ ਖੇਮ ਕੌਰ ਜੀ, ਇਹ ਸਾਰੇ ਰੱਥਾਂ ਤੇ ਡੋਲਿਆਂ ਤੇ ਸਵਾਰ ਹੋ ਕੇ ਚੱਲ ਪਏ। ਜਥਾ ਜੋਗ ਆਪਣੀ ਅਸਵਾਰੀ। ਆਪਣੀਆਂ ਆਪਣੀਆਂ ਸਵਾਰੀਆਂ ਤੇ ਬੈਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ। ਪੁਰਖ ਡੂਰ ਮਹਿ ਪਹੁੰਚੇ ਜਾਈ। ਰਸਤੇ 'ਚ ਖੰਡੂਰ ਸਾਹਿਬ ਹੈ 8 ਕਿਲੋਮੀਟਰ ਤੇ। ਗੋਇੰਦਵਾਲ ਤੋਂ ਚੱਲੇ ਤੇ ਖੰਡੂਰ ਸਾਹਿਬ ਰੁਕਣਾ ਪੈਂਦਾ। ਜਦੋਂ ਲੰਘਦੇ ਸੀ ਨਾ, ਕੋਲੋਂ ਨਹੀਂ ਸੀ ਲੰਘਿਆ ਕਰਦੇ, ਮੱਥਾ ਜ਼ਰੂਰ ਟੇਕਦੇ ਸੀ। ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ, ਉੱਥੇ ਗਏ ਹਨ। ਉਤਰਤ ਰੰਗ ਪਰੇ ਤਿਸ ਥਾਈ। ਮਹਾਰਾਜ ਵੱਡੇ ਗੁਰੂ ਸਾਹਿਬਾਂ ਦੇ ਸਾਧ ਸੰਗਤ ਜੀ, ਇਹ ਮਰਜ਼ਾਦਾ ਹੁਣ ਵਾਲਿਆਂ ਨੂੰ ਤਾਂ ਪਤਾ ਨਹੀਂ। ਪੁਰਾਤਨ ਸਿੰਘ ਭਾਵੇਂ ਘੋੜਿਆਂ ਤੇ ਜਾਂਦੇ ਸੀ, ਗੱਡਿਆਂ ਤੇ। ਹੁਣ ਤਾਂ ਚਲੋ ਕਾਰਾਂ ਹੀ ਇੰਨੀਆਂ ਫਾਸਟ ਨੇ ਵੀ ਰੁਕਣ ਦੇ ਕਿਸੇ ਕੋਲ ਟਾਈਮ ਹੀ ਕੋਈ ਨਹੀਂ। ਤੇ ਜਿੱਥੇ ਰਸਤੇ 'ਚ ਕੋਈ ਇਤਿਹਾਸਿਕ ਗੁਰਦੁਆਰਾ ਆਉਣਾ, ਉਤਰ ਕੇ ਮੱਥਾ ਟੇਕਣਾ, ਭਾਵੇਂ 5 ਮਿੰਟ ਹੀ ਟੇਕਣਾ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਨਹੀਂ ਲੰਘੇ, ਖੰਡੂਰ ਸਾਹਿਬ ਦੇ ਉਤਰੇ ਨੇ। ਘੋੜੇ ਤੋਂ ਉਤਰ ਕੇ ਸ੍ਰੀ ਅੰਗਦ ਕੇ ਮੰਦਰ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ, ਜਿਹੜਾ ਵੱਡਾ ਮਹਾਰਾਜ ਦਾ ਅੰਗੀਠਾ ਸਾਹਿਬ ਹੈ, ਵੱਡਾ ਦਰਬਾਰ ਸਾਹਿਬ ਹੈ ਖੰਡੂਰ ਸਾਹਿਬ, ਉੱਥੇ ਗਏ ਨੇ। ਫਿਰੇ ਪ੍ਰਦਰਸ਼ਨਾ ਬੰਧਨ ਕੀਏ। ਜਾ ਕੇ ਗੁਰੂ ਅੰਗਦ ਦੇਵ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਗਏ ਨੇ ਕੁਝ ਮਿੰਟ। ਸੁਭਾਟ ਕੁਟੰਬ ਮਿਲੇ ਤਿਹ ਸਮੋ। ਸਾਰੀ ਫੌਜ ਵੀ ਆਈ ਹੈ, ਉਹਨਾਂ ਨੇ ਵੀ ਮੱਥਾ ਟੇਕਿਆ। ਸਾਰਾ ਪਰਿਵਾਰ, ਮਹਾਰਾਜ ਦੇ ਮਹਿਲ, ਮਹਾਰਾਜ ਦੀ ਨੂੰਹ ਰਾਣੀ, ਸਾਰਿਆਂ ਨੇ ਆ ਕੇ ਮੱਥਾ ਟੇਕਿਆ। ਦਰਸ਼ਨ ਪਰਸਤ ਕਰ ਕਰ ਨਮੋ। ਸਾਰਿਆਂ ਨੇ ਨਮਸਕਾਰ ਕੀਤੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ। ਸੁਨ ਕਰ ਸੁਧ ਦਾਤੂ ਸੁਤ ਆਇਓ। ਬਾਬਾ ਦਾਤੂ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਜੀ ਦੇ ਪੋਤਰੇ, ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਹੈ, ਤੇ ਉਹ ਵੀ ਗੁਰੂ ਸਾਹਿਬ ਦਾ ਸਤਿਕਾਰ ਕਰਨ ਲਈ ਉੱਥੇ ਵੱਡੇ ਦਰਬਾਰ 'ਚ ਹਾਜ਼ਰ ਹੋਏ। ਝੁਕੇ ਪਰਸ ਪਰ ਔਰ ਹਰ ਖਾਇਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਸਾਹਿਬ ਉਹਨਾਂ ਨੂੰ ਨਮਸਕਾਰ। ਇੰਨਾ ਪਿਆਰ ਹੁੰਦਾ ਸੀ ਵੀ ਗੁਰੂ ਸਾਹਿਬ ਨੂੰ, ਗੁਰੂ ਕੇ ਜਿਹੜੇ ਵੱਡਿਆਂ ਦੇ ਸਾਹਿਬਜ਼ਾਦੇ ਸੀ, ਉਹ ਮੱਥਾ ਟੇਕਦੇ ਗੁਰੂ ਜਾਣ ਕੇ। ਤੇ ਗੁਰੂ ਸਾਹਿਬ ਉਹਨਾਂ ਨੂੰ ਕਿਉਂ ਟੇਕਦੇ ਸੀ? ਵੀ ਇਹ ਗੁਰੂਆਂ ਦੇ ਪੁੱਤਰ ਪੋਤਰੇ ਹਨ। ਮਹਾਰਾਜ ਇੱਕ ਦੂਜੇ ਨੂੰ ਪ੍ਰੇਮ ਨਾਲ ਮਿਲੇ ਹਨ। ਕਰੋ ਸਿਵਰ ਪ੍ਰਭ ਬਿਨੈ ਬਖਾਨੀ। ਬਾਬੇ ਦਾਤੂ ਦੇ ਪੁੱਤਰ ਗੁਰੂ ਅੰਗਦ ਦੇਵ ਦੇ ਪੋਤਰਿਆਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਤੁਹਾਡਾ ਘਰ ਹੈ, ਇੱਥੇ ਰਹੋ ਕੁਝ ਸਮਾਂ, ਦਰਸ਼ਨ ਦਿਓ, ਸੇਵਾ ਜਥਾ ਸ਼ਕਤ ਹਿਤ ਠਾਨੀ। ਲੰਗਰ ਪ੍ਰਸ਼ਾਦੇ ਦੀ ਸੇਵਾ ਸਾਨੂੰ ਦਿਓ, 2-4 ਦਿਨ ਇੱਥੇ ਵੀ ਰਹੋ। ਹਾਂਜੀ, ਸ਼੍ਰੀ ਹਰਗੋਬਿੰਦ ਚੰਦ ਬਖਾਨਾ। ਛੇਵੇਂ ਪਾਤਸ਼ਾਹ ਜੀ ਬੋਲੇ, ਚਾਹੇ ਆਜ ਹੀ ਪੰਥ ਪਿਆਨਾ। ਗੁਰਮੁਖੋ ਤੁਹਾਡਾ ਹੁਕਮ ਨਹੀਂ ਮੋੜਿਆ ਜਾ ਸਕਦਾ। ਤੁਸੀਂ ਸਤਿਗੁਰੂ ਅੰਗਦ ਦੇਵ ਜੀ ਦੇ ਪੋਤਰੇ ਹੋ, ਪਰ ਸਾਨੂੰ ਅੱਜ ਹੀ ਅੰਮ੍ਰਿਤਸਰ ਜਾਣਾ ਪੈਣਾ, ਕਿਉਂਕਿ ਭਾਈ ਗੁਰਦਾਸ ਜੀ ਦੇ ਨਿਮਿਤ ਅਸੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਹੈ। ਸ੍ਰੀ ਗ੍ਰੰਥ ਸਾਹਿਬ ਸੁਖਰਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸੁੱਖਾਂ ਦਾ ਖਜ਼ਾਨਾ ਹੈ। ਹਾਂਜੀ, ਪਾਠ ਕਰਾਵਹਿ ਹਿਤ ਗੁਰਦਾਸ। ਭਾਈ ਗੁਰਦਾਸ ਦੇ ਵਾਸਤੇ, ਉਹਨਾਂ ਦੇ ਨਿਮਿਤ, ਉਹਨਾਂ ਦੀ ਯਾਦ ਵਿੱਚ ਸਤਿਗੁਰਾਂ ਦੀ ਬਾਣੀ ਦਾ ਪਾਠ ਆਰੰਭ ਕਰਵਾਵਾਂਗੇ ਕੱਲ ਨੂੰ ਪਹੁੰਚ ਕੇ। ਅੱਜ ਪਹੁੰਚਾਂਗੇ ਤੇ ਤਾਂ ਹੀ ਪਾਠ ਹੋਵੇਗਾ ਕੱਲ ਨੂੰ। ਹਾਂਜੀ, ਰਹਿਓ ਨੇ ਹੋਰਤ ਦੇ ਕਰ ਧੀਰ। ਤੁਸੀਂ ਹੌਸਲਾ ਰੱਖੋ, ਫਿਰ ਕਦੀ ਆਵਾਂਗੇ। ਇਹ ਧੀਰਜ ਦੇ ਕੇ ਨਾ ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਨੂੰ ਮਿਲ ਕੇ ਛੇਵੇਂ ਪਾਤਸ਼ਾਹ ਜੀ ਚੱਲ ਪਏ ਹਨ। ਚੜੋ ਪਵੰਗਮ ਸਤਿਗੁਰ ਵੀਰ। ਮਹਾਰਾਜ ਮਹਾਬਲੀ ਜੋਧੇ ਸਤਿਗੁਰੂ ਘੋੜਿਆਂ ਤੇ ਸਵਾਰ ਹੋਏ ਨੇ। ਰਹਿਓ ਅਲਪ ਦਿਨ ਪਹੁੰਚੇ ਆਏ। ਤੇ ਸਾਧ ਸੰਗਤ ਜੀ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਥੋੜਾ ਜਿਹਾ ਟਾਈਮ ਰਹਿੰਦਾ ਸੀ, 4-5 ਵਜੇ ਨੂੰ ਅੰਮ੍ਰਿਤਸਰ ਪਹੁੰਚ ਗਏ ਨੇ। ਹਾਂਜੀ, ਸੰਗ ਸੁਭਟ ਕੋਰੇ ਸਮੁਦਾਇ। ਨਾਲ ਫੌਜਾਂ ਘੋੜਿਆਂ ਤੇ ਸਵਾਰ ਤੇ ਗੁਰੂ ਕੇ ਮਹਿਲ, ਸਾਰਾ ਪਰਿਵਾਰ ਵੀ ਹੈ।
ਤਖਤ ਅਕਾਲ ਨਿਵਾਏ ਸੋ ਮੋਰ। ਸ੍ਰੀ ਅਕਾਲ ਤਖਤ ਸਾਹਿਬ ਜਾ ਹਾਜ਼ਰੀ ਲਵਾਈ, ਮੱਥਾ ਟੇਕਿਆ ਹੈ। ਚਲ ਕਰ ਗਏ ਦਰਸ਼ਨੀ ਪੌਰ। ਫਿਰ ਦਰਸ਼ਨੀ ਡਿਊਟੀ ਤੇ ਗਏ ਹਨ। ਨਮੋ ਕਰਤ ਅੰਤਰ ਕੋ ਗਏ। ਮੱਥਾ ਟੇਕ ਕੇ ਅੰਦਰ ਗਏ ਹਨ। ਸ੍ਰੀ ਹਰਿ ਮੰਦਰ ਬੰਦਤ ਭਏ। ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕੀਤੀ ਹੈ। ਦੇਈ ਪ੍ਰਦਕਸ਼ਨਾ ਬਾਹਰ ਆਏ। ਪਰਿਕਰਮਾ ਕਰਕੇ ਬਾਹਰ ਆ ਗਏ ਨੇ। ਤਖਤ ਅਕਾਲ ਬੈਠ ਦਰਸਾਏ। ਅਕਾਲ ਤਖਤ ਸਾਹਿਬ ਤੇ ਬੈਠੇ ਨੇ। ਪੁਰਜਨ ਸੁਨ ਸੁਧ ਆਨੰਦ ਪਾਇਓ। ਅੰਮ੍ਰਿਤਸਰ ਵਾਸੀਆਂ ਨੂੰ ਪਤਾ ਲੱਗਾ ਗੁਰੂ ਜੀ ਆਏ ਨੇ, ਫਿਰ ਅਕਾਲ ਤਖਤ ਤੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਤਤ ਛਿਨ ਆਏ ਸੀਸ ਨਿਵਾਇਓ। ਸਾਰੇ ਸ਼ਹਿਰ ਵਾਲਿਆਂ ਨੇ ਆ ਕੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੂੰ। ਤਰਹਿ ਅਕੋਰ ਪ੍ਰਸਾਦ ਅਗਾਰੀ। ਭੇਟਾ ਰੱਖ ਕੇ ਪ੍ਰਸ਼ਾਦ ਰੱਖ ਕੇ ਮੱਥਾ ਟੇਕਦੇ ਨੇ ਸਿੱਖ। ਦਰਸ਼ਨ ਦੇਖਤ ਗਨ ਨਰ ਨਾਰੀ। ਇਸਤਰੀ ਪੁਰਸ਼ ਮਹਾਰਾਜ ਦੇ ਦਰਸ਼ਨ ਕਰਦੇ ਨੇ। ਭਈ ਭੀਰ ਹੋਵਤ ਬਲਿਹਾਰੀ। ਸਾਧ ਸੰਗਤ ਜੀ, ਬੜੀ ਭਾਰੀ ਭੀੜ ਸੰਗਤਾਂ ਦੀ ਇਕੱਠੀ ਹੋ ਗਈ। ਬਲਿਹਾਰ ਜਾਂਦੀਆਂ ਸੰਗਤਾਂ ਦਰਸ਼ਨ ਕਰ ਕਰਕੇ। ਗੁਰ ਬੂਜੀ ਸਭ ਕੁਸ਼ਲ ਉਚਾਰੀ। ਮਹਾਰਾਜ ਨੇ ਸਾਰੇ ਸ਼ਹਿਰ ਵਾਲਿਆਂ ਦਾ ਹਾਲ ਚਾਲ ਪੁੱਛਿਆ। ਸਾਰਿਆਂ ਨੇ ਆਖਿਆ, ਗੁਰੂ ਜੀ ਤੁਹਾਡੀ ਕਿਰਪਾ ਨਾਲ ਸਭ ਸੁੱਖ ਸ਼ਾਂਤ ਹੈ। ਸੋਦਰ ਲਗ ਲਾਗਿਓ ਬੜ ਮੇਲਾ। ਸੋਦਰ ਸਾਹਿਬ ਦਾ ਦੀਵਾਨ ਰਹਿ ਰਾਸ ਦਾ ਸ੍ਰੀ ਅਕਾਲ ਤਖਤ ਤੇ ਲੱਗਾ। ਬੜਾ ਭਾਰੀ ਮੇਲਾ ਹੋ ਗਿਆ ਇਕੱਠਾ। ਹਿਤ ਦਰਸ਼ਨ ਕੇ ਅਧਿਕ ਸਕੇਲਾ। ਬੜੀਆਂ ਸੰਗਤਾਂ ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਦਰਸ਼ਨਾਂ ਲਈ ਇਕੱਠੀਆਂ ਹੋਈਆਂ। ਪੁਨ ਸਤਿਗੁਰ ਨਿਜ ਮਹਿਲ ਪਿਆਨੇ। ਰਹਿ ਰਾਸ ਦਾ ਪਾਠ ਸੁਣ ਕੇ ਗੁਰੂ ਜੀ ਆਪਣੇ ਮਹਿਲਾਂ 'ਚ, ਗੁਰੂ ਕੇ ਮਹਿਲਾਂ 'ਚ ਚਲੇ ਗਏ। ਸਭ ਪਰਿਵਾਰ ਆਨ ਸੁਖ ਠਾਨੇ। ਸਾਰਾ ਪਰਿਵਾਰ ਆਰਾਮ ਕੀਤਾ, ਥੱਕੇ ਹੋਏ ਸਨ, ਸਫ਼ਰ ਕਰਕੇ ਆਏ ਸਨ। ਸੁਭਾਟ ਸਕਲ ਬਾਸੋ ਨਿਜ ਥਾਨ। ਫੌਜਾਂ ਨੇ ਆਪਣੀਆਂ ਆਪਣੀਆਂ ਛਾਉਣੀਆਂ ਤੰਬੂਆਂ 'ਚ ਡੇਰੇ ਲਾ ਲਏ। ਸੁਪਤੇ ਕਰਕੇ ਖਾਨ ਰੋਪਾਨ। ਲੰਗਰ ਪ੍ਰਸ਼ਾਦਾ ਛਕ ਕੇ ਸਾਰੇ ਸਿੱਖ ਸੁੱਤੇ ਹਨ। ਭਈ ਪ੍ਰਭਾਤ ਗੁਰੂ ਚਲ ਆਏ। ਸਵੇਰੇ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਫਿਰ ਆਏ ਹਨ। ਸ੍ਰੀ ਗ੍ਰੰਥ ਸਾਹਿਬ ਖੁਲਵਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਹੈ। ਹਿਤ ਗੁਰਦਾਸ ਪਾਠ ਧਰਵਾਇਓ। ਭਾਈ ਗੁਰਦਾਸ ਜੀ ਦੇ ਵਾਸਤੇ ਸਹਿਜ ਪਾਠ ਆਰੰਭ ਕਰਵਾਇਆ ਹੈ। ਵਿਧੀਏ ਪਾਠ ਤੇ ਹੇਤ ਬਿਠਾਇਓ। ਭਾਈ ਬਿਧੀ ਚੰਦ ਸਾਹਿਬ ਜੀ ਨੂੰ ਪਾਠ ਕਰਨ ਲਈ ਬਿਠਾਇਆ। ਭਾਈ ਸਾਹਿਬ ਜੀ, ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਾਨੂੰ ਸੁਣਾਓ। ਸੰਗਤਾਂ ਪਾਠ ਗੁਰੂ ਗ੍ਰੰਥ ਸਾਹਿਬ ਦਾ ਭਾਈ ਗੁਰਦਾਸ ਜੀ ਦੇ ਨਿਮਿਤ ਸੁਣਨਗੇ। ਹਾਂਜੀ, 14ਵੇਂ ਦਿਨ ਪੂਰਨ ਕੀਨ। 14ਵੇਂ ਦਿਨ ਭਾਈ ਸਾਹਿਬ ਨੇ ਪਾਠ ਦਾ ਭੋਗ ਤਿਆਰ ਕਰ ਦਿੱਤਾ। ਭਾਈ ਬਿਧੀ ਚੰਦ ਜੀ ਗੁਰਬਾਣੀ ਦੇ ਪਾਠੀ ਵੀ ਬੜੇ ਸਨ ਤੇ ਲਿਖਾਰੀ ਵੀ ਸਨ। ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ ਭਾਈ ਗੁਰਦਾਸ ਜੀ ਵਾਲਾ, ਉਹਦੇ ਜਿਹੜੇ ਉਤਾਰੇ ਹੋਏ ਨੇ, ਇੱਕ ਤਾਂ ਭਾਈ ਬੰਨੋ ਸਾਹਿਬ ਜੀ ਨੇ ਕੀਤਾ ਹੈ, ਇੱਕ ਭਾਈ ਬਿਧੀ ਚੰਦ ਜੀ ਨੇ ਵੀ ਕੀਤਾ ਹੈ। ਜਿਹੜਾ ਭਾਈ ਬਿਧੀ ਚੰਦ ਜੀ ਵਾਲਾ ਸਰੂਪ ਹੈ ਉਹ ਬਿਲਾਵਲ ਰਾਗ ਦੇ ਨਿਰਪਕੰਨਿਆ ਕੈ ਕਾਰਣ ਇੱਕ ਭਇਆ ਭੇਖ ਧਾਰੀ, ਇਸ ਸ਼ਬਦ ਤੱਕ ਹੈ। ਇਹ ਸਰੂਪ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਇਸ ਵੇਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਸਾਹਿਬ ਸੁਰ ਸਿੰਘ, ਉਹਨਾਂ ਦੇ ਘਰ ਵਿੱਚ ਜਦੋਂ ਤੁਸੀਂ ਕਦੀ ਜਾਓ, ਮਹਾਂਪੁਰਸ਼ਾਂ ਨੂੰ ਬੇਨਤੀ ਕਰੋ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦੇ ਵੀ ਦਾਸ ਨੇ 2 ਵਾਰੀ ਦਰਸ਼ਨ ਕੀਤੇ ਹੈ। ਬਹੁਤ ਸੁੰਦਰ ਲਿਖਾਈ ਭਾਈ ਸਾਹਿਬ, ਛੋਟੇ ਜਿਹੇ ਆਕਾਰ ਵਿੱਚ ਬਿਲਾਵਲ ਰਾਗ ਤੱਕ ਲਿਖਿਆ, ਪੂਰਾ ਨਹੀਂ ਲਿਖਿਆ ਗਿਆ ਸੀ। ਕਰਤਾਰਪੁਰ ਦਾ ਜੰਗ ਹੋ ਗਿਆ ਸੀ ਨਾ, ਤੇ ਜੰਗ 'ਚ ਇੰਨੀ ਕੁ ਬਾਣੀ ਜੇ ਲਿਖੀ ਗਈ ਸੀ ਤੇ ਫਿਰ ਮਹਾਰਾਜ ਛੱਡ ਕੇ ਤੁਰ ਪਏ ਤੇ ਧੀਰਮਲ ਨੇ ਸਰੂਪ ਜਿਹੜਾ ਸੀ ਪਹਿਲਾ ਭਾਈ ਗੁਰਦਾਸ ਜੀ ਵਾਲਾ ਉੱਥੇ ਰੱਖ ਲਿਆ। ਭਾਈ ਬਿਧੀ ਚੰਦ ਜੀ ਕਹਿੰਦੇ, ਮਹਾਰਾਜ ਮੈਂ ਤਾਂ ਸਰੂਪ ਲਿਖ ਰਿਹਾ ਸੀ, ਅਜੇ ਪੂਰਾ ਨਹੀਂ ਹੋਇਆ। ਮਹਾਰਾਜ ਕਹਿੰਦੇ ਤੁਹਾਡਾ ਇੰਨਾ ਹੀ ਪ੍ਰਵਾਨ ਹੈ, ਸੰਗਤਾਂ ਦਰਸ਼ਨ ਕਰਿਆ ਕਰਨਗੀਆਂ। ਉਹ ਓਨਾ ਹੀ ਹੈ। ਸੋ ਉਹ ਭਾਈ ਬਿਧੀ ਚੰਦ ਬਾਣੀ ਦੇ ਵੀ ਬੜੇ ਰਸੀਏ ਸਨ। ਜਿੱਥੇ ਯੋਧੇ ਸਨ, ਸੂਰਮੇ ਸਨ, ਨੀਤੀਵਾਨ ਸਨ, ਲਾਹੌਰ ਦੇ ਕਿਲ੍ਹੇ 'ਚੋਂ ਘੋੜੇ ਕੱਢ ਕੇ ਲੈ ਆਏ, ਪੱਟੀਆਂ ਦੁਸ਼ਾਲੇ ਲੈ ਆਏ, ਬੜੇ ਬੜੇ ਵੱਡੇ ਜੰਗ ਲੜੇ। ਅਤੇ ਉੱਥੇ ਜਿੱਥੇ ਯੋਧੇ ਸਨ, ਗਿਆਨੀ ਸਨ, ਉੱਥੇ ਬਾਣੀ ਦੇ ਵੀ ਬੜੇ ਵਿਦਵਾਨ ਸਨ। ਉਹਨਾਂ ਨੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੈ। ਪੋਸ਼ਿਸ਼ ਤਖਤ ਅਕਾਲ ਸੋ ਦੀਨ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਅਕਾਲ ਤਖਤ ਤੇ ਦੀਵਾਨ ਸਜਾਇਆ। ਭਾਈ ਗੁਰਦਾਸ ਜੀ ਦੇ ਨਿਮਿਤ ਭਾਈ ਬਿਧੀ ਚੰਦ ਜੀ ਨੂੰ ਸੁੰਦਰ ਪੁਸ਼ਾਕਾ, ਚੋਲਾ, ਦਮਾਲਾ, ਕਮਰ ਕਸਾ ਦਿੱਤਾ ਹੈ ਭਾਈ ਗੁਰਦਾਸ ਜੀ ਦੀ ਯਾਦ ਵਿੱਚ। ਪੰਚਾਮ੍ਰਿਤ ਵਰਤਾਏ ਬਸਾਲਾ। ਔਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਹੁਤ ਵਰਤਾਈਆਂ ਹਨ। ਸਿਮਰਹਿ ਸੇਵਕ ਕੋ ਬਹੁ ਕਾਲਾ। ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਭਾਈ ਗੁਰਦਾਸ ਨੂੰ ਯਾਦ ਕਰਦੇ ਰਹਿੰਦੇ, ਭੁੱਲਦੇ ਨਹੀਂ। ਕਈ ਵਾਰੀ ਸੰਗਤਾਂ ਬੈਠੀਆਂ ਹੁੰਦੀਆਂ ਤੇ ਭਾਈ ਸਾਹਿਬ ਦੀ ਯਾਦ ਆ ਜਾਂਦੀ ਤੇ ਮਹਾਰਾਜ ਉਹਨਾਂ ਦੇ ਬਚਨ ਛੇੜ ਲੈਂਦੇ ਤੇ ਸੰਗਤਾਂ ਵੀ ਸੁਣਦੀਆਂ। ਤੇ ਕਦੀ ਮਹਾਰਾਜ ਕਹਿੰਦੇ ਸਾਨੂੰ ਭਾਈ ਸਾਹਿਬ ਦੀ ਬਾਣੀ ਸੁਣਾਓ, ਤੇ ਭਾਈ ਸਾਹਿਬ ਦੀ ਬਾਣੀ ਸੁਣਨ ਲੱਗ ਜਾਂਦੇ। ਉਹਨਾਂ ਦੀਆਂ ਸਾਖੀਆਂ, ਉਹਨਾਂ ਦੇ ਬਚਨ ਛੇਵੇਂ ਪਾਤਸ਼ਾਹ ਭੁੱਲਦੇ ਹੀ ਨਹੀਂ। ਇੰਨਾ
ਉਹਨਾਂ ਦੀ ਯਾਦ ਸੀ, ਇੰਨਾ ਪਿਆਰ ਸੀ ਗੁਰੂ ਸਾਹਿਬ ਨਾਲ। ਹਾਂਜੀ, ਕੇਤਕ ਦਿਨ ਬੀਤੇ ਕਹਿ ਭਾਨਾ, ਕੁਝ ਦਿਨ ਬੀਤ ਗਏ। ਭਾਈ ਗੁਰਦਾਸ ਜੀ ਨੂੰ ਚਲਚੋਲਾ ਛੱਡਿਆਂ ਨੂੰ ਜਦੋਂ ਮਹੀਨਾ 2 ਮਹੀਨੇ ਲੰਘ ਗਏ ਤੇ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਕਹਿਣ ਲੱਗੇ, ਆ ਗਿਆ ਚਹਿਤ ਧਾਮ ਕੋ ਜਾਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜੇ ਆਪ ਜੀ ਦਾ ਹੁਕਮ ਹੋਵੇ ਤੇ ਕੁਝ ਸਮਾਂ ਮੈਂ ਆਪਣੇ ਪਿੰਡ ਘਰ ਜਾ ਆਵਾਂ, ਕਿਉਂਕਿ ਜਦੋਂ ਦੇ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਗਮਨ ਕੀਤੇ ਸੀ, ਉਸ ਤੋਂ ਥੋੜਾ ਸਮਾਂ ਬਾਅਦ ਹੀ ਭਾਈ ਭਾਨਾ ਜੀ ਨੂੰ ਗੁਰੂ ਸਾਹਿਬ ਆਪਣੇ ਨਾਲ ਲੈ ਤੁਰੇ ਸੀ। ਭਾਈ ਭਾਨਾ ਜੀ ਨੂੰ ਕੋਲ ਹੀ ਰੱਖਿਆ ਕਰਦੇ ਸੀ ਮਹਾਰਾਜ ਛੇਵੇਂ ਪਾਤਸ਼ਾਹ। ਹੁਣ ਭਾਈ ਭਾਨਾ ਜੀ ਕਹਿੰਦੇ ਇੰਨਾ ਸਮਾਂ ਹੋਇਆ ਮੈਂ ਘਰ ਨਹੀਂ ਗਿਆ ਕਦੀ, ਜੇ ਹੁਕਮ ਹੋਵੇ ਤਾਂ ਆਗਿਆ ਦਿਓ ਤੇ ਮੈਂ ਜਾ ਆਵਾਂ ਘਰ ਥੋੜੇ ਦਿਨ। ਗੁਰੂ ਕਹਿਓ ਜਬ ਕਰ ਹੈ ਹਕਾਰਨ। ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਅਸੀਂ ਜਦੋਂ ਬੁਲਾਵਾਂਗੇ ਨਾ ਆ ਜਾਇਆ ਜੇ। ਆਖੋ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਦਾ ਸਿੱਖ ਨਾਲ ਪਿਆਰ, ਸਿੱਖ ਨਾਲ ਗੁਰੂ ਦਾ ਪਿਆਰ। ਆਹਾ, ਭਾਈ ਗੁਰਦਾਸ ਨੇ ਐਵੇਂ ਨਹੀਂ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਯਾਦ ਕਰੀਏ ਨਾ ਛੇਤੀ ਆ ਜਾ ਜੇ। ਹਾਂਜੀ, ਆਵਹੋ ਤਬ ਕਰ ਬਿਲਮ ਵਿਸਾਰਨ। ਦੇਰ ਨਾ ਕਰਿਆ ਜੇ ਭਾਈ ਸਾਹਿਬ ਭਾਨਾ ਜੀ, ਕਿਉਂਕਿ ਤੁਹਾਡੀ ਯਾਦ, ਇੱਕ ਤਾਂ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਦੇ ਤੁਹਾਨੂੰ ਵੇਖ ਕੇ, ਤੇ ਨਵਾਂ ਸਦਮਾ ਲੱਗਾ ਸਾਨੂੰ, ਸਾਡੇ ਭਾਈ ਗੁਰਦਾਸ ਜੀ ਓਲੇ ਹੋ ਗਏ ਨੇ, ਤੇ ਛੇਤੀ ਆਇਆ ਜੇ। ਤੁਹਾਡੇ ਵਰਗੇ ਪਿਆਰਿਆਂ ਨੂੰ ਮਿਲ ਕੇ ਮਨ ਠੰਡਾ ਹੋ ਜਾਂਦਾ। ਸਾਧ ਸੰਗਤ ਜੀ, ਘਰ ਕੀ ਹੁੰਦਾ? ਘਰ ਬਿਲਡਿੰਗ ਨੂੰ ਨਹੀਂ ਕਹਿੰਦੇ, ਬੜੀ ਮਹਿੰਗੀ ਤੇ ਕੋਠੀ ਪਾ ਲਓ, ਉਹਦੀਆਂ ਕੰਧਾਂ ਚੱਟਣੀਆਂ ਨੇ, ਘਰ ਦੇ ਜੀ ਹੋਣਗੇ ਤੇ ਘਰ ਹੈ, ਪਰਿਵਾਰ ਹੈ। ਤੇ ਆਪਣਾ ਪਰਿਵਾਰ ਕੀ ਹੈ? ਆਪਣਾ ਪਰਿਵਾਰ ਗੁਰਸਿੱਖ ਹੈ। ਖਾਏ ਜੀਵੋ ਸਿੱਖ ਪਰਿਵਾਰ। ਆਪਾਂ ਪਰਿਵਾਰ ਆ। ਆਪਾਂ ਮਹਿੰਗੇ ਤੋਂ ਮਹਿੰਗਾ ਗੁਰਦੁਆਰਾ ਬਣਾ ਲਈਏ, ਪੱਥਰ ਲਾ ਲਈਏ, ਜੋ ਮਰਜ਼ੀ ਕਰ ਲਈਏ, ਜੇ ਆਪਣੇ ਸਿੱਖਾਂ ਨੂੰ ਵੇਖ ਕੇ ਖੁਸ਼ੀ ਨਹੀਂ ਨਾ, ਪਿਆਰ ਨਹੀਂ, ਸਿੱਖ ਨੂੰ ਵੇਖ ਕੇ ਚਾਹ ਨਹੀਂ ਚੜ੍ਹਦਾ, ਮੱਥੇ ਤੇ ਬੁੱਲਾਂ ਤੇ ਮੁਸਕਰਾਹਟ ਨਹੀਂ ਆਉਂਦੀ, ਖਿੜਦਾ ਨਹੀਂ ਮੱਥਾ, ਤੇ ਫਿਰ ਕਾਹਦੇ ਆਪਾਂ? ਫਿਰ ਤਾਂ ਸਮਝੋ ਕੋਈ ਗੱਲ ਹੀ ਨਾ ਕੋਈ। ਆਹਾ ਹਾ, ਸਤਿਗੁਰੂ ਸਿਖਾ ਰਹੇ ਸੀ ਸਾਨੂੰ ਐਵੇਂ ਪਿਆਰ ਕਰਨਾ। ਸਿੰਘ ਨੂੰ ਵੇਖ ਕੇ ਚਾਹ ਚੜ੍ਹ ਜੇ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਫਤਿਹ ਬੁਲਾਉਣ ਨਾਲ ਨਾਰਾਜ਼ਗੀ ਦੂਰ ਹੋ ਜਾਂਦੀ ਹੈ। ਕਿੰਨੀਆਂ ਵੱਡੀਆਂ ਦਾਤਾਂ ਨੇ। ਜੇ ਤੁਸੀਂ ਘਰ ਮਹਿੰਗੇ ਤੋਂ ਮਹਿੰਗਾ ਬਣਾ ਲਓ, ਘਰ 'ਚ ਜੀ ਨਾ ਹੋਵੇ, ਕਾਹਦੇ ਕੰਮ ਆਏਗਾ? ਆਪਾਂ ਜੀ ਹਾਂ, ਸਾਰੇ ਗੁਰੂ ਦੇ ਬੱਚੇ ਹਾਂ, ਤੇ ਆਪਣਾ ਜਦੋਂ ਵੀ ਮੇਲ ਹੋਵੇ ਨਾ, ਖੁਸ਼ ਹੋ ਕੇ ਫਤਿਹ ਬੁਲਾਇਆ ਕਰੋ, ਤੇ ਮਨ ਦੇ ਉਸੇ ਵੇਲੇ ਦੁੱਖ ਦੂਰ ਹੋ ਜਾਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਭਾਈ ਭਾਨਾ ਜੀ, ਇੱਕ ਤਾਂ ਬਾਬਾ ਬੁੱਢਾ ਸਾਹਿਬ ਜੀ, ਤੇ ਇੱਕ ਭਾਈ ਗੁਰਦਾਸ ਜੀ ਸਾਡੇ ਪਿਆਰੇ ਸਨ, ਅੱਖਾਂ ਤੋਂ ਓਲੇ ਹੋਏ ਨੇ। ਤੇ ਤੁਸੀਂ ਕਿਰਪਾ ਕਰਿਆ ਜੇ ਛੇਤੀ ਆ ਜਾ ਜੇ, ਤੁਸੀਂ ਵੀ ਨਾ ਕਿਤੇ ਦੂਰ ਹੋਇਆ ਜੇ ਸਾਥੋਂ। ਹਾਂਜੀ, ਕਰ ਪ੍ਰਣਾਮ ਕੋ ਸਦਨ ਸਿਧਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਤੇ ਭਾਈ ਬਾਬਾ ਬੁੱਢਾ ਜੀ ਦੇ ਵਿਜੋਗ ਵਿੱਚ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਉਂ ਭਾਈ ਭਾਨਾ ਜੀ ਨੂੰ ਕਹਿ ਰਹੇ ਸਨ। ਤੇ ਭਾਈ ਸਾਹਿਬ ਕਹਿੰਦੇ ਮਹਾਰਾਜ ਜਦੋਂ ਹੁਕਮ ਹੋਵੇਗਾ ਮੈਂ ਛੇਤੀ ਆ ਜਾਵਾਂਗਾ। ਕਹਿ ਕੇ ਆਗਿਆ ਲੈ ਕੇ ਪਿੰਡ ਚਲੇ ਗਏ। ਜਿਸ ਬਾਸਰ ਗੁਰ ਉਰ ਮਹਿ ਧਾਰਿਓ। ਤੇ ਦਿਨ ਰਾਤ ਗੁਰੂ ਸਾਹਿਬ ਉਹਨਾਂ ਨੂੰ ਯਾਦ ਕਰਦੇ, ਸਿੱਖਾਂ ਨੂੰ। ਗੁਣ ਸਤਿਗੁਰ ਕੇ ਤਿਕ ਦਿਨ ਪਾਏ। ਕੁਝ ਦਿਨ ਪਾ ਕੇ ਸਾਧੂ ਬਾਂਛਤ ਸਦਨ ਸਿਧਾਏ। ਭਾਈ ਸਾਧੂ ਨੇ ਆਗਿਆ ਮੰਗੀ, ਮਹਾਰਾਜ ਮੈਂ ਆਪਣੇ ਜਾਵਾਂ ਪਿੰਡ। ਇਹ ਸਾਧੂ ਸਤਿਗੁਰਾਂ ਦਾ ਦਮਾਦ ਸੀਗਾ, ਹੈ ਤਾਂ ਦਮਾਦ ਸੀ ਬੀਬੀ ਬੀਰੋ ਦਾ ਪਤੀ, ਪਰ ਇਹ ਹੈ ਬ੍ਰਹਮ ਗਿਆਨੀ, ਬ੍ਰਹਮ ਦ੍ਰਿਸ਼ਟੀ ਦਾ ਮਾਲਕ ਸੀਗਾ। ਇਸ ਕਰਕੇ ਇਹਨੂੰ ਵੀ ਗੁਰੂ ਸਾਹਿਬ ਆਪਣੇ ਕੋਲ ਰੱਖਿਆ ਕਰਦੇ ਸਨ। ਉਹ ਕਿਉਂਕਿ ਜਿਹੜੀ ਅਵਸਥਾ ਹੁੰਦੀ ਨਾ, ਉਹਦੇ ਨਾਲ ਹੀ ਪ੍ਰੇਮ ਹੁੰਦਾ। ਹਰ ਬੰਦੇ ਨਾਲ ਆਪਣਾ ਦਿਲ ਦੀ ਗੱਲ ਨਹੀਂ ਕਰ ਸਕਦੇ। ਜਿਹਦੇ ਨਾਲ ਦਿਲ ਦੀ ਗੱਲ ਕਰ ਸਕਦੇ ਆ, ਫਿਰ ਉਹਨੂੰ ਨੇੜੇ ਰੱਖਣਾ ਪੈਂਦਾ। ਤੇ ਸਤਿਗੁਰੂ ਤੋਂ ਆਗਿਆ ਲੈ ਕੇ ਭਾਈ ਸਾਧੂ ਜੀ ਵੀ ਛੁੱਟੀ ਲੈ ਕੇ ਪਿੰਡ ਨੂੰ ਜਾਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।